हाँ जी, सत श्री अकाल जी सारिਆਂ ਨੂੰ। मैं धर्मपाल सिंह हिसाब मास्टर गवर्नमेंट हाई स्कूल पतारा। विद्यार्थियों, ਅੱਜ ਅਸੀਂ ਕਲਾਸ 9ਵੀਂ ਦਾ 9ਵਾਂ ਅਧਿਆਇ ਸਮਾਨਾਂਤਰ ਚਤੁਰਭੁਜਾਂ ਅਤੇ ਤ੍ਰਿਭੁਜਾਂ ਦਾ ਖੇਤਰਫਲ ਜਿਹੜਾ ਹੈਗਾ ਆ ਉਹਦੇ ਬਾਰੇ ਚਰਚਾ ਕਰਾਂਗੇ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਇਸ ਲੈਕਚਰ ਨੂੰ ਅੱਗੇ ਵਧਾਈਏ, ਅਸੀਂ ਪਿਛਲੇ ਲੈਕਚਰ ਦੀਆਂ ਕੁਝ ਜਿਹੜੀਆਂ ਚੀਜ਼ਾਂ ਦੀ ਸਾਨੂੰ ਇਸ ਲੈਕਚਰ ਦੇ ਵਿੱਚ ਲੋੜ ਹੈ ਉਸ ਦੀ ਦੁਹਰਾਈ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਸਮਾਨਾਂਤਰ ਚਤੁਰਭੁਜ ਕੀ ਹੁੰਦਾ ਹੈ? ਸਮਾਨਾਂਤਰ ਚਤੁਰਭੁਜ ਅਸੀਂ ਉਸ ਚਤੁਰਭੁਜ ਨੂੰ ਕਹਿੰਦੇ ਹਾਂ ਜਿਸ ਦੀਆਂ ਸਨਮੁਖ ਭੁਜਾਵਾਂ ਜਿਹੜੀਆਂ ਹਨ ਉਹ ਆਪਸ ਦੇ ਵਿੱਚ ਸਮਾਨਾਂਤਰ ਹੁੰਦੀਆਂ ਹਨ। ਸਨਮੁਖ ਭੁਜਾਵਾਂ ਆਪਸ ਦੇ ਵਿੱਚ ਸਮਾਨਾਂਤਰ ਹੈ, ਭਾਵ ਆ ਦੋਵੇਂ ਸਨਮੁਖ ਭੁਜਾਵਾਂ ਹਨ ਤੇ ਇਹ ਦੋਵੇਂ ਆਪਸ ਦੇ ਵਿੱਚ ਕੀ ਹੋਣਗੀਆਂ? ਸਮਾਨਾਂਤਰ। ਤੇ ਆ ਵੀ ਦੋਵੇਂ ਸਨਮੁਖ ਭੁਜਾਵਾਂ ਹਨ ਤੇ ਇਹ ਵੀ ਆਪਸ ਦੇ ਵਿੱਚ ਕੀ ਹੋਣਗੀਆਂ? ਸਮਾਨਾਂਤਰ। ਤੇ ਇਸ ਕਰਕੇ ਅਸੀਂ ABCD ਨੂੰ ਇੱਕ ਸਮਾਨਾਂਤਰ ਚਤੁਰਭੁਜ ਜਿਹੜਾ ਹੈਗਾ ਆ ਉਹ ਕਹਿ ਸਕਦੇ ਹਾਂ। ਇਸ ਤੋਂ ਬਾਅਦ ਵਿਦਿਆਰਥੀਓ ਅਸੀਂ ਦੇਖਦੇ ਹਾਂ ਸਮਾਨਾਂਤਰ ਚਤੁਰਭੁਜ ਦੇ ਵਿੱਚ ਅਸੀਂ 9.1 ਅਭਿਆਸ ਦੇ ਵਿੱਚ ਇਹ ਦੇਖਿਆ ਸੀ ਕਿ ਸਮਾਨਾਂਤਰ ਚਤੁਰਭੁਜ ਦੀ ਗੱਲ ਨਹੀਂ ਕਰ ਰਿਹਾ ਇੱਥੇ ਮੈਂ ਸਿੰਪਲ ਚਤੁਰਭੁਜਾਂ ਦੀ ਗੱਲ ਕਰਾਂਗਾ ਕਿ 9.1 ਅਭਿਆਸ ਦੇ ਵਿੱਚ ਅਸੀਂ ਇਹ ਦੇਖਿਆ ਸੀ ਕਿ ਵੱਖਰੀਆਂ ਆਕ੍ਰਿਤੀਆਂ ਇੱਕੋ ਆਧਾਰ ਅਤੇ ਇੱਕੋ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਜਿਹੜੀਆਂ ਹੁੰਦੀਆਂ ਹਨ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕੀਤਾ ਸੀਗਾ, ਉਹਨਾਂ ਨੂੰ ਅਸੀਂ ਪਛਾਣਿਆ ਸੀ। ਠੀਕ ਹੈ ਜੀ। ਤੇ ਜਦੋਂ ਮੈਂ ਉਹ ਲੈਕਚਰ ਖਤਮ ਕਰਨ ਲੱਗਾ ਸੀਗਾ ਮੈਂ ਜਾਂਦੇ ਤੱਕ ਇਹ ਗੱਲ ਕਹਿੰਦਾ ਰਿਹਾ ਸੀਗਾ ਕਿ ਭਈ ਇਹਨਾਂ ਸਾਰਿਆਂ ਦਾ ਆਪਸ ਦੇ ਵਿੱਚ ਕੋਈ ਨਾ ਕੋਈ ਰਿਲੇਸ਼ਨ ਹੈਗਾ ਆ। ਠੀਕ ਹੈ ਜੀ। ਹੁਣ ਆਪਾਂ ਇਹ ਗੱਲ ਕਰਦੇ ਹਾਂ, ਇਹ ਚੀਜ਼ ਚੈੱਕ ਕਰਦੇ ਹਾਂ ਕਿ ਜੇਕਰ ਦੋ ਚਤੁਰਭੁਜ ਜਾਂ ਦੋ ਸਮਾਨਾਂਤਰ ਚਤੁਰਭੁਜ ਇੱਕੋ ਆਧਾਰ ਅਤੇ ਇੱਕੋ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਹੋਣ ਤਾਂ ਉਹਨਾਂ ਦਾ ਆਪਸ ਦੇ ਵਿੱਚ ਉਹਨਾਂ ਦੇ ਖੇਤਰਫਲਾਂ ਦਾ ਜਿਹੜਾ ਹੈਗਾ ਉਹ ਕੀ ਉਹਨਾਂ ਦਾ ਸੰਬੰਧ ਆਪਸ ਦੇ ਵਿੱਚ ਹੋ ਸਕਦਾ ਹੈ। ਇਸ ਪ੍ਰਸ਼ਨ ਨੂੰ ਇਸ ਸਵਾਲ ਦੇ ਜਵਾਬ ਨੂੰ ਅਸੀਂ ਦੋ ਵੱਖਰੀਆਂ ਕਿਰਿਆਵਾਂ ਦੇ ਨਾਲ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲੀ ਕਿਰਿਆ ਦੇ ਵਿੱਚ ਅਸੀਂ ਕੀ ਕਰਦੇ ਹਾਂ, ਇਹਦਾ ਇੱਕ ਆਲੇਖ ਜਿਹੜਾ ਹੈਗਾ ਉਹ ਅਸੀਂ ਲੈ ਲਿਆ। ਇਸ ਆਲੇਖ ਦੇ ਵਿੱਚ ਅਸੀਂ 8x6 ਦਾ ਇੱਕ ਆਲੇਖ ਮੈਂ ਇੱਥੇ ਤਿਆਰ ਕੀਤਾ ਹੈ ਸਮਝਾਉਣ ਵਾਸਤੇ। ਪਹਿਲਾਂ ਇਸ ਆਲੇਖ ਨੂੰ ਕਰਨ ਤੋਂ ਪਹਿਲਾਂ ਅਸੀਂ ਇੱਥੇ ਇੱਕ ਰਫ ਆਲੇਖ ਬਣਾਉਂਦੇ ਆ। ਉਹਦੇ ਵਿੱਚ ਮੈਂ ਇੱਥੇ ਇੱਕ ਛੋਟਾ ਜਿਹਾ ਆਲੇਖ ਬਣਾਉਣ ਦੀ ਕੋਸ਼ਿਸ਼ ਕਰਦਾ ਕਿ ਮੰਨ ਲਓ ਇੱਕ ਛੋਟਾ ਜਿਹਾ ਆਪਾਂ ਬਾਕਸਿਸ ਦੇ ਵਿੱਚ ਆਪਾਂ ਇੱਥੇ ਇੱਕ ਆਲੇਖ ਤਿਆਰ ਕਰ ਲਿਆ। ਠੀਕ ਹੈ ਜੀ। ਜੇ ਅਸੀਂ ਇਸ ਆਲੇਖ ਦੇ ਵਿੱਚ ਦੋ ਬਿੰਦੂ ਲੈ ਲਈਏ, ਆ ਦੋ ਬਿੰਦੂ ਤੇ ਆ ਦੋ ਬਿੰਦੂ। ਠੀਕ ਹੈ ਜੀ। ਆ ਚਾਰ ਬਿੰਦੂ ਅਸੀਂ ਇੱਥੇ ਲਿਖ ਲਏ ਤੇ ਇਹਨਾਂ ਨੂੰ ਮੈਂ ਥੋੜਾ ਸ਼ੇਡ ਕਰ ਦਵਾਂ ਜਰਾ ਥੋੜਾ ਨਜ਼ਰ ਆ ਜਾਵੇ ਕਲੀਅਰਲੀ। ਆ ਇੱਕ ਵਰਗ ਦੀ ਤਰ੍ਹਾਂ ਸਾਨੂੰ ਇੱਕ ਆਕ੍ਰਿਤੀ ਨਜ਼ਰ ਆ ਰਹੀ ਹੈ। ਠੀਕ ਹੈ ਜੀ। ਵਰਗ ਦੀ ਤਰ੍ਹਾਂ ਸਾਨੂੰ ਇੱਕ ਆਕ੍ਰਿਤੀ ਨਜ਼ਰ ਆ ਰਹੀ ਹੈ ਜਾਂ ਚਤੁਰਭੁਜ ਕਹਿ ਲਓ। ਇਹਦੇ ਵਿੱਚ ਆਲੇਖ ਦੇ ਵਿੱਚ ਅਸੀਂ ਇੱਕ ਬਾਕਸ ਨੂੰ ਇੱਕ ਵਰਗ ਯੂਨਿਟ ਇੱਕ ਵਰਗ ਇਕਾਈ ਦੇ ਤੌਰ ਤੇ ਮੰਨ ਕੇ ਚੱਲਦੇ ਹਾਂ। ਠੀਕ ਹੈ ਜੀ। ਸੋ ਭਾਵੇਂ ਵਿਦਿਆਰਥੀਓ ਜੇਕਰ ਸਾਨੂੰ ਇਸ ਵਰਗ ਦਾ ਖੇਤਰਫਲ ਪੁੱਛਿਆ ਜਾਵੇ ਤਾਂ ਅਸੀਂ ਕਹਿੰਦੇ ਹਾਂ 1 2 3 ਤੇ 4 ਇਹ ਜਿੰਨੇ ਖਾਨੇ ਜਿਹੜੇ ਹਨ ਇਸ ਵਰਗ ਦੇ ਵਿੱਚ ਸਾਨੂੰ ਨਜ਼ਰ ਆਉਂਦੇ ਹਨ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਕਿ ਇਹਦਾ ਖੇਤਰਫਲ ਹੈ। ਇਸੇ ਤਰੀਕੇ ਦੇ ਨਾਲ ਵਿਦਿਆਰਥੀਓ ਜੇਕਰ ਅਸੀਂ ਇਹਦੇ ਵਿੱਚ ਇੱਕ ਸਮਾਨਾਂਤਰ ਚਤੁਰਭੁਜ ਬਣਾ ਲਈਏ। ਠੀਕ ਹੈ ਜੀ। ਮੰਨ ਲਓ ਮੈਂ ਇਸ ਨੂੰ ਦੁਬਾਰਾ ਕਰਨ ਦੀ ਕੋਸ਼ਿਸ਼ ਕਰਦਾ ਹਾਂ। इधर वाला हिस्सा मैं विद्यार्थियों इस करके नहीं छेड़ रहा क्योंकि ਇਹਨੂੰ ਆਪਾਂ ਬਾਅਦ ਵਿੱਚ ਪੂਰੇ ਤੌਰ ਦੇ ਉੱਤੇ ਇਸਤੇਮਾਲ ਕਰਨਾ ਹੈ। ਆਪਾਂ ਇੱਥੇ ਫਿਰ ਇੱਕ ਛੋਟਾ ਜਿਹਾ ਆਲੇਖ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਛੋਟਾ ਜਿਹਾ। ਉਹਦੇ ਵਿੱਚ ਅਸੀਂ ਇੱਕ ਸਮਾਨਾਂਤਰ ਚਤੁਰਭੁਜ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ ਜੀ। ਮੈਂ ਕੀ ਕਰਦਾ ਇੱਕ ਇੱਥੇ ਰੱਖ ਲਿਆ, ਇੱਕ ਇੱਧਰ। ਠੀਕ ਹੈ ਜੀ। ਇੱਕ ਇੱਥੇ ਤੇ ਇੱਕ ਇੱਥੇ। ਠੀਕ ਹੈ ਜੀ। ਇਹਨਾਂ ਨੂੰ ਆਪਸ ਦੇ ਵਿੱਚ ਜੋੜ ਦਿੰਦਾ ਮੈਂ। ਠੀਕ ਹੈ ਜੀ। ਇਹ ਆ ਰਿਹਾ। ਇਹ ਮੇਰੇ ਕੋਲ ਇੱਕ ਸਮਾਨਾਂਤਰ ਚਤੁਰਭੁਜ ਜਿਹੜਾ ਹੈ ਉਹ ਤਿਆਰ ਹੋ ਗਿਆ ਹੈ ਤੇ ਇਸ ਚਤੁਰਭੁਜ ਦਾ ਖੇਤਰਫਲ ਮੈਂ ਕਿਸ ਢੰਗ ਨਾਲ ਕੱਢਾਂਗਾ? ਇਹਦੇ ਵਿੱਚ ਇੱਕ ਗੱਲ ਯਾਦ ਰੱਖੀ ਜਾਵੇ, ਜਦੋਂ ਤਾਂ ਪੂਰੇ ਬਾਕਸ ਹੁੰਦੇ ਹਨ ਭਾਵ ਵਰਗ ਜਾਂ ਆਇਤ ਦੀ ਗੱਲ ਕੀਤੀ ਜਾਂਦੀ ਹੈ ਉਦੋਂ ਤਾਂ ਅਸੀਂ ਪੂਰੇ ਖਾਨੇ ਜਿਹੜੇ ਹਨ ਜੋੜ ਲੈਂਦੇ ਆ 1 2 3 4 ਇਸ ਢੰਗ ਨਾਲ ਜਿਵੇਂ ਕਿ ਅਸੀਂ ਇਹਦੇ ਵਿੱਚ ਵੀ ਜੋੜੇ ਸੀਗੇ। ਲੇਕਿਨ ਜਦੋਂ ਸਾਡੇ ਕੋਲ ਟੁੱਟਵੇਂ ਖਾਨੇ ਵੀ ਆ ਜਾਂਦੇ ਹਨ, ਦੇਖੋ ਇੱਧਰ ਅੱਧਾ ਬਾਕਸ ਇੱਧਰ ਹੈ ਅੱਧਾ ਇੱਧਰ ਹੈ, ਦੇਖੋ ਥੋੜੇ ਮਤਲਬ ਇਹ ਆਪਸ ਵਿੱਚ ਵੰਡੇ ਇਸ ਰੇਖਾ ਨੇ ਇਹਨਾਂ ਨੂੰ ਦੋ ਹਿੱਸਿਆਂ 'ਚ ਵੰਡਿਆ ਹੋਇਆ, ਬਰਾਬਰ ਹਿੱਸਿਆਂ 'ਚ ਨਹੀਂ ਵੰਡਿਆ। ਤੇ ਇਸ ਤਰ੍ਹਾਂ ਅਸੀਂ ਇਹਨਾਂ ਦੇ ਬਾਕਸਿਸ ਦੀ ਗਿਣਤੀ ਆਪਾਂ ਕਿਵੇਂ ਕਰਨੀ ਆ ਉਹ ਦੇਖੋ। ਜਿਹੜਾ ਬਾਕਸ ਅੱਧੇ ਤੋਂ ਵੱਧ ਹੋਏਗਾ, ਜਿਵੇਂ ਭਾਵ ਇਸ ਬਾਕਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਇਹਨੂੰ ਆਪਾਂ ਗਿਣਾਂਗੇ ਕਿਉਂਕਿ ਅੱਧੇ ਤੋਂ ਵੱਧ ਹੈ। ਠੀਕ ਹੈ ਜੀ। ਇਹਨੂੰ ਵੀ ਆਪਾਂ ਗਿਣਾਂਗੇ, ਇਹ ਅੱਧੇ ਤੋਂ ਵੱਧ ਹੈ। ਇਹ ਅੱਧੇ ਤੋਂ ਛੋਟਾ ਹੈ, ਇਹਨੂੰ ਨਹੀਂ ਆਪਾਂ ਗਿਣਾਂਗੇ। ਇਹ ਵੀ ਅੱਧੇ ਤੋਂ ਛੋਟਾ ਹੈ, ਇਸ ਨੂੰ ਵੀ ਆਪਾਂ ਨਹੀਂ ਗਿਣਾਂਗੇ। ਇਹਦੇ ਵਿੱਚ ਇਹ 3 ਆ ਗਿਆ, ਇਹ ਠੀਕ ਹੈ ਜੀ। ਇਹ ਅੱਧੇ ਤੋਂ ਵੱਧ ਹੈ, ਇਹਨੂੰ 4 ਗਿਣਾਂਗੇ। ਇਹ ਵੀ ਅੱਧੇ ਤੋਂ ਵੱਧ ਹੈ, ਇਹਨੂੰ 5 ਗਿਣਾਂਗੇ। ਇਹ ਅੱਧੇ ਤੋਂ ਵੱਧ ਹੈ, ਇਹਨੂੰ 6 ਗਿਣਾਂਗੇ। ਠੀਕ ਹੈ ਜੀ। ਜਿਹੜਾ ਬਾਕਸ ਅੱਧੇ ਤੋਂ ਵੱਧ ਹੈ, ਅੱਧਾ ਜਾਂ ਅੱਧੇ ਤੋਂ ਵੱਧ ਹੈ ਉਸ ਨੂੰ ਗਿਣਤੀ ਦੇ ਵਿੱਚ ਰੱਖਿਆ ਜਾਂਦਾ ਹੈ ਤੇ
ਤੇ ਜਿਹੜੇ ਬਾਕਸ ਜਿਹੜੇ ਹਨ ਉਹ ਅੱਧੇ ਜਾਂ ਅੱਧੇ ਤੋਂ ਘੱਟ ਹਨ ਉਹਨਾਂ ਨੂੰ ਗਿਣਤੀ ਦੇ ਵਿੱਚ ਅਸੀਂ ਨਹੀਂ ਰੱਖਦੇ। ਸੋ ਇਸ ਖਾਨੇ ਦੇ ਵਿੱਚ ਅਸੀਂ ਦੇਖਿਆ ਵਿਦਿਆਰਥੀਓ 1 2 3 4 5 6 ਇਹ ਜਿਹੜੇ 6 ਹਨ ਸਾਡੇ ਕੋਲ ਖਾਨੇ, ਇਹ ਸਾਡੇ ਕੋਲ ਖਾਨੇ ਜਿਹੜੇ ਨਜ਼ਰ ਆ ਰਹੇ ਨੇ ਕਿ ਇਸ ਦਾ ਖੇਤਰਫਲ ਜੇ ਸਾਨੂੰ ਪੁੱਛਿਆ ਜਾਵੇ ਤਾਂ 6 ਵਰਗ ਇਕਾਈ ਜਿਹੜਾ ਹੈਗਾ ਇਸ ਸਮਾਨਾਂਤਰ ਚਤੁਰਭੁਜ ਦਾ ਖੇਤਰਫਲ ਸਾਡੇ ਕੋਲ ਆ ਜਾਏਗਾ। ਅਸੀਂ ਵਿਦਿਆਰਥੀਓ ਇਸ ਹੀ ਤਰਜ਼ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜੋ ਅਸੀਂ ਕੱਲ ਗੱਲ ਕੀਤੀ ਸੀਗੀ ਕਿ ਇੱਕੋ ਆਧਾਰ ਅਤੇ ਇੱਕੋ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਬਣੇ ਸਮਾਨਾਂਤਰ ਚਤੁਰਭੁਜਾਂ ਦਾ ਖੇਤਰਫਲਾਂ ਦਾ ਆਪਸ ਦੇ ਵਿੱਚ ਕੀ ਸੰਬੰਧ ਹੈ ਉਹਨੂੰ ਜਾਂਚਣ ਦੇ ਲਈ ਮੈਂ ਕੀ ਕਰਦਾ ਹਾਂ, ਇੱਥੇ ਮੈਂ ਦੋ ਲੇਖ ਬਣਾਇਆ, ਮੈਂ ਦੋ ਸਮਾਨਾਂਤਰ ਰੇਖਾਵਾਂ ਲੈ ਲੈਂਦਾ, ਇੱਕ ਆ ਸਮਾਨਾਂਤਰ ਰੇਖਾ ਜੀ, ਇੱਕ ਆ ਸਮਾਨਾਂਤਰ ਰੇਖਾ, ਠੀਕ ਹੈ ਜੀ। ਇਹ ਰੇਖਾਵਾਂ ਹਨ ਤੇ ਇਹ ਆਪਸ ਦੇ ਵਿੱਚ ਕੀ ਹਨ, ਮੇਰੇ ਕੋਲ ਸਮਾਨਾਂਤਰ ਹਨ, ਠੀਕ ਹੈ ਜੀ। ਹੁਣ ਮੈਂ ਕੀ ਕੀਤਾ, ਇਹਦੇ ਵਿੱਚ ਮੈਂ 4 ਪੁਆਇੰਟ ਰੱਖ ਲਏ ਜੀ। ਆਹ ਪੁਆਇੰਟ ਮੇਰੇ ਕੋਲ A ਆ ਗਿਆ, ਆਹ B ਆ ਗਿਆ, ਇਹਨੂੰ ਮੈਂ C ਨਾਮ ਦੇ ਦਿੱਤਾ, ਇਹਨੂੰ D ਨਾਮ ਦੇ ਦਿੱਤਾ, ਠੀਕ ਹੈ ਜੀ। ਉਸ ਤੋਂ ਬਾਅਦ ਇਸ ਨੂੰ ਮੈਂ E ਦਾ ਨਾਮ ਦੇ ਦਿੰਦਾ ਹੈ ਜੀ, ਇਸ ਨੂੰ ਮੈਂ F ਦਾ ਨਾਮ ਦੇ ਦਿੰਦਾ, ਠੀਕ ਹੈ। ਹੁਣ ਮੈਂ 1 ਬਾय 1 ਪਹਿਲਾਂ ਮੈਂ ਇੱਕ ਜਿਹੜਾ ਹੈ ਸਮਾਨਾਂਤਰ ਚਤੁਰਭੁਜ ਬਣਾਉਣਾ ਹੈ, ਫਿਰ ਮੈਂ ਦੂਸਰੇ ਵੱਲ ਗੱਲ ਕਰਾਂਗਾ। ਪਹਿਲਾਂ ਮੈਂ ਸਮਾਨਾਂਤਰ ਚਤੁਰਭੁਜ ਆ ਤਿਆਰ ਕਰ ਲਿਆ ਜੀ, ਇੱਕ ਆ ਤੇ ਇਸ ਨੂੰ ਜੋੜ ਲਿਆ ਜੀ, ਆਹ ਤਾਂ ਆਪਣੇ ਕੋਲ ਖੈਰ ਬਣੇ ਹੋਏ, ਠੀਕ ਹੈ ਜੀ। ਆਹ ਲਾਈਨਾਂ ਤਾਂ ਸਾਡੇ ਕੋਲ ਬਣੀਆਂ ਹੋਈਆਂ। ਸੋ ਆ ਮੇਰੇ ਕੋਲ ਇੱਕ ABCD ਇਹ ਇੱਕ ਸਮਾਨਾਂਤਰ ਚਤੁਰਭੁਜ ਹੈ, ਠੀਕ ਹੈ ਜੀ। ਮੈਂ ਇਸ ਦਾ ਖੇਤਰਫਲ ਜਿਹੜਾ ਹੈ ਉਹ ਜਾਣਨਾ ਚਾਹੁੰਦਾ ਹੈ, ਠੀਕ ਹੈ ਜੀ। ਸਮਾਨਾਂਤਰ ਚਤੁਰਭੁਜ ਨੂੰ ਲਿਖਣ ਦਾ ਢੰਗ ਆ ਹੋ ਸਕਦਾ ਹੈ, ਠੀਕ ਹੈ ਜੀ। ਖੇਤਰਫਲ ਸਮਾਨਾਂਤਰ ਚਤੁਰਭੁਜ ABCD ਬਰਾਬਰ ਕੀ ਹੋਏਗਾ। ਦੇਖੋ ਮੈਂ ਪਹਿਲਾਂ ਵੀ ਕੀ ਕਿਹਾ ਸੀ, ਆਪਾਂ ਬਾਕਸਸ ਕਿਹੜੇ ਕਾਊਂਟ ਕਰਨੇ ਹਨ, ਜਿਹੜੇ ਅੱਧੇ ਤੋਂ ਵੱਧ ਹਨ ਜਾਂ ਅੱਧੇ ਹਨ ਜਾਂ ਪੂਰੇ ਹਨ, ਠੀਕ ਹੈ ਜੀ। ਇਹਦੇ ਵਿੱਚ ਦੇਖੋ 1 2 3 ਆ ਅੱਧੇ ਤੋਂ ਛੋਟਾ ਹੈ ਨਹੀਂ ਕਾਊਂਟ ਕਰਾਂਗੇ, 4 5 ਇਹ ਅੱਧੇ ਤੋਂ ਵੱਧ ਹੈ 6 ਇਹਨੂੰ ਕਾਊਂਟ ਕਰਾਂਗੇ, 7 8 9। ਸੋ ਇਸ ਦਾ ਜਿਹੜਾ ਆਪਣੇ ਕੋਲ ਇਕਾਈ ਆ ਗਿਆ, ਇਹ ਆ ਗਿਆ 9 ਵਰਗ ਇਕਾਈ, ਠੀਕ ਹੈ ਜੀ। ਇਹ 9 ਵਰਗ ਇਕਾਈ ਜਿਹੜਾ ਹੈ ਮੇਰੇ ਕੋਲ ਇਹਦਾ ਆਨਸਰ ਆ ਗਿਆ ABCD ਦਾ। ABCD ਦੇ ਜਦੋਂ ਆਪਾਂ ਗੱਲ ਕੀਤੀ ਹੈ ਤਾਂ ਆਪਣੇ ਕੋਲ ਕੀ ਆ ਗਿਆ ਜੀ, 9 ਵਰਗ ਇਕਾਈ। ਕਿਵੇਂ ਆਇਆ ਭਾਵ 1 2 3 4 5 6 7 8 9। ਕਿਉਂ? ਕਿਉਂਕਿ ਜਿਹੜੇ ਅੱਧੇ ਤੋਂ ਛੋਟੇ ਹਨ ਉਹ ਮੈਂ ਨਹੀਂ ਗਿਣਾਂਗਾ, ਇਹ ਅੱਧੇ ਤੋਂ ਛੋਟਾ ਸੀ, ਇਹ ਵੀ ਅੱਧੇ ਤੋਂ ਛੋਟਾ ਸੀ, ਆ ਵੀ ਅੱਧੇ ਤੋਂ ਛੋਟਾ ਸੀ, ਇਹਨਾਂ ਨੂੰ ਆਪਾਂ ਨਹੀਂ ਗਿਣਿਆ। ਤੇ ਜਿਹੜੇ ਅੱਧੇ ਤੋਂ ਵੱਡੇ ਸਨ ਭਾਵ ਇਹਦੇ ਵਿੱਚ ਇੱਕ ਅੱਧੇ ਤੋਂ ਵੱਡਾ ਸੀ, 6 ਅੱਧੇ ਤੋਂ ਵੱਡਾ ਸੀ, 9 ਅੱਧੇ ਤੋਂ ਵੱਡਾ ਸੀ, ਉਹਨਾਂ ਨੂੰ ਆਪਾਂ ਕਾਊਂਟ ਕੀਤਾ। ਜਿਹੜੇ ਪੂਰੇ ਹਨ ਉਹਨਾਂ ਆਪਾਂ ਗਿਣਤੀ ਦੇ ਵਿੱਚ ਰੱਖਣੇ ਹੀ ਹਨ। ਹੁਣ ਮੈਂ ਕੀ ਕਰਦਾ, ਮੈਂ ਇੱਕ ਹੋਰ ਜਿਹੜਾ ਹੈ ਇਹਨਾਂ ਨੂੰ ਮੈਂ ਥੋੜਾ ਜਿਹਾ ਇਰੇਜ਼ ਕਰ ਦਿੰਦਾ। ਹੁਣ ਆਪਾਂ ਇਹ ਚੀਜ਼ ਸਮਝ ਗਏ ਹੋਵਾਂਗੇ, ਇਹਨਾਂ ਨੂੰ ਆਪਾਂ ਮਿਟਾ ਦਿੰਦੇ ਆ, ਠੀਕ ਹੈ ਜੀ। ਤੇ ਹੁਣ ਮੈਂ ਕੀ ਕਰਦਾ, ਮੈਂ ਇੱਕ ਦੂਸਰਾ ਜਿਹੜਾ ਸਮਾਨਾਂਤਰ ਚਤੁਰਭੁਜ ਬਣਾਉਣ ਦੀ ਕੋਸ਼ਿਸ਼ ਕਰਦਾ। ਇੱਥੇ ਮੈਂ A ਤੇ B D ਤੇ E ਨੂੰ ਜੋੜ ਦਿੱਤਾ ਤੇ C ਤੇ F ਨੂੰ ਮੈਂ ਆਪਸ ਵਿੱਚ ਜੋੜ ਦਿੱਤਾ ਤੇ ਮੇਰੇ ਕੋਲ ਦੂਜਾ ਸਮਾਨਾਂਤਰ ਚਤੁਰਭੁਜ ਜਿਹੜਾ ਹੈ ਉਹਦਾ ਖੇਤਰਫਲ ਮੈਂ ਜਾਂਚ ਰਿਹਾ ਹਾਂ। ਉਹ ਸਮਾਨਾਂਤਰ ਚਤੁਰਭੁਜ ਹੈ ਮੇਰੇ ਕੋਲ ਵਿਦਿਆਰਥੀਓ DCFE। ਆ DCFE ਮੇਰੇ ਕੋਲ ਦੂਸਰਾ ਸਮਾਨਾਂਤਰ ਚਤੁਰਭੁਜ ਆ ਗਿਆ। ਇਹਦੇ ਵਿੱਚ ਮੈਂ ਦੇਖਣ ਦੀ ਕੋਸ਼ਿਸ਼ ਕਰਦਾ ਕਿ ਇਹਦਾ ਖੇਤਰਫਲ ਕੀ ਆਏਗਾ। ਦੇਖੋ ਇਹ ਹੋ ਗਿਆ ਜੀ 1 2, ਆ ਦੇਖੋ ਮੈਂ ਪੂਰਾ ਦੇਖ ਰਿਹਾ ਨਾ, ਇਹ 3 ਅੱਧੇ ਤੋਂ ਵੱਧ, ਇਹ 4, ਇਹ ਅੱਧੇ ਤੋਂ ਘੱਟ ਹੈ, ਇਹ 5, ਇਹ ਆ ਗਿਆ 6 7 8। ਆ ਵਾਲਾ ਵੀ ਕਾਊਂਟ ਇਹਦੇ ਵਿੱਚ ਹੋਏਗਾ ਕਿਉਂਕਿ ਅੱਧੇ ਤੋਂ ਥੋੜਾ ਵੱਧ ਹੈ। ਇਹ ਹੋ ਗਿਆ ਆਪਣੇ ਕੋਲ 9, ਠੀਕ ਹੈ ਜੀ। ਇਹ ਸੌਰੀ ਆ ਆਪਣੇ ਕੋਲ ਆ ਗਿਆ 9 ਕਿਉਂਕਿ ਅੱਧੇ ਤੋਂ ਵੱਧ। 1 2 3 4 5, ਇਹਨੂੰ 6 ਕਰ ਲਓ, ਇਹ 7 ਹੋ ਜਾਏਗਾ ਜੀ ਆਪਣੇ ਕੋਲ, ਇਹ 8 ਹੋ ਜਾਏਗਾ ਜੀ ਤੇ ਇਹ ਲਾਸਟ ਦੇ ਵਿੱਚ ਕੀ ਆ ਗਿਆ 9 ਆ ਗਿਆ। ਹੁਣ ਜਿਹੜਾ ਇਹ ਹੈ ਇਹ ਅੱਧੇ ਤੋਂ ਘੱਟ ਹੈ, ਠੀਕ ਹੈ ਜੀ। ਆ ਵੀ ਅੱਧੇ ਤੋਂ ਘੱਟ ਹੈ, ਆ ਵੀ ਅੱਧੇ ਤੋਂ ਘੱਟ ਹੈ, 3 ਅੱਧੇ ਤੋਂ ਘੱਟ ਹੈ ਤੇ ਇਹਦਾ ਵੀ ਖੇਤਰਫਲ ਕਿੰਨਾ ਆ ਗਿਆ 9 ਵਰਗ ਇਕਾਈ। ਇਹ ਵਿਦਿਆਰਥੀਓ ਮੈਂ ਸਿਰਫ ਇੱਕ ਉਦਾਹਰਣ ਲੈ ਕੇ ਚੱਲਿਆ ਕਿ ਜੇਕਰ ਮੇਰੇ ਕੋਲ ਇੰਨੇ ਵੱਡੇ ਗ੍ਰਾਫ ਦੀ ਅਵੇਲੇਬਿਲਟੀ ਨਹੀਂ ਸੀ, ਇਸ ਕਰਕੇ ਮੈਂ ਇਹਦੇ ਵਿੱਚ ਆਪਣੇ ਹੱਥ ਨਾਲ ਗ੍ਰਾਫ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਗ੍ਰਾਫ ਪੇਪਰ ਲੈ ਕੇ ਇਸੇ ਹੀ ਢੰਗ ਦੇ ਨਾਲ A B C D ਇੱਕ ਇਹਦੇ ਵਿੱਚ ਇੱਕ ਸਮਾਨਾਂਤਰ ਚਤੁਰਭੁਜ ਬਣਾਓ ਤੇ ਉਸੇ ਆਧਾਰ ਤੋਂ ਦੂਸਰਾ ਸਮਾਨਾਂਤਰ ਚਤੁਰਭੁਜ DCFE ਬਣਾਓ ਤੇ ਖਾਨਿਆਂ ਦੀ ਗਿਣਤੀ ਕਰੋ ਜਿਸ ਢੰਗ ਨਾਲ ਮੈਂ ਤੁਹਾਨੂੰ ਸਮਝਾਈ ਹੈ। ਤੁਸੀਂ ਦੇਖੋਗੇ ਤੁਸੀਂ ਜਿੰਨੇ ਮਰਜ਼ੀ ਸਮਾਨਾਂਤਰ ਚਤੁਰਭੁਜ ਇੱਕੋ ਆਧਾਰ ਤੇ ਇੱਕੋ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਬਣਾਓ, ਉਹਨਾਂ ਦੀ ਜਿਹੜੀ ਸਾਡੇ ਕੋਲ ਖਾਨਿਆਂ ਦੀ ਗਿਣਤੀ ਹੈ ਜਾਂ ਭਾਵ ਉਹਨਾਂ ਦਾ ਖੇਤਰਫਲ ਹੈ ਉਹ ਹਰ ਕੇਸ ਦੇ ਵਿੱਚ ਸਾਡੇ ਕੋਲ ਬਰਾਬਰ ਆਵੇਗਾ। ਸੋ ਵਿਦਿਆਰਥੀਓ ਇਹ ਐਕਟੀਵਿਟੀ ਜਿਹੜੀ ਹੈਗੀ ਇਹ ਮੋٹے ਤੌਰ ਦੇ ਉੱਤੇ ਇਸ ਕਨਸੈਪਟ ਨੂੰ ਸਮਝਣ ਲਈ ਮੇਰੇ ਖਿਆਲ ਨਾਲ ਸਫੀਸ਼ੀਐਂਟ ਹੈ ਕਿ ਇੱਕੋ ਆਧਾਰ ਅਤੇ ਇੱਕੋ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਬਣੇ ਹੋਏ ਸਮਾਨਾਂਤਰ ਚਤੁਰਭੁਜ ਜਿਹੜੇ ਹੁੰਦੇ ਹਨ ਉਹ ਹਮੇਸ਼ਾ ਆਪਸ ਦੇ ਵਿੱਚ ਉਹਨਾਂ ਦਾ ਖੇਤਰਫਲ ਹਮੇਸ਼ਾ ਬਰਾਬਰ ਹੁੰਦਾ ਹੈ। ਆਓ ਵਿਦਿਆਰਥੀਓ ਅਸੀਂ ਇਸ ਹੀ ਤਰ੍ਹਾਂ ਦੀ ਇੱਕ ਹੋਰ ਕਿਰਿਆ ਦੇ ਵੱਲ ਚੱਲਦੇ ਹਾਂ ਤੇ ਜੇਕਰ ਅਸੀਂ ਉਹ ਕਿਰਿਆ ਨੂੰ ਸਮਝ ਲਈਏ ਤਾਂ ਮੇਰਾ ਖਿਆਲ ਹੈ ਕਿ ਇਹ ਵਾਲਾ ਕਨਸੈਪਟ ਜਿਹੜਾ ਹੈਗਾ ਅਸੀਂ ਬੜੇ ਆਰਾਮ ਦੇ ਨਾਲ ਸਮਝ ਸਕਦੇ ਹਾਂ। ਜਿਹੜੀ ਪਹਿਲੀ ਕਿਰਿਆ ਸੀ ਉਹ ਗ੍ਰਾਫ ਦੀ ਕਿਰਿਆ ਸੀ,
दूसरी क्रिया ਜਿਹੜੀ ਅਸੀਂ ਕਰਨ ਜਾ ਰਹੇ ਹਾਂ ਉਹ ਵਿਦਿਆਰਥੀਓ ਹੈ ਪੇਪਰ ਕਟਿੰਗ ਦੀ ਕਿਰਿਆ। ਉਹ ਹੁਣ ਤੁਸੀਂ ਆਪ ਕਰਨੀ ਹੈ। ਇਹਦੇ ਵਿੱਚ ਮੈਂ ਕੀ ਕਰਨਾ ਹਾਂ, ਇੱਥੇ ਇੱਕ ਸਮਾਨਾਂਤਰ ਚਤੁਰਭੁਜ A B, ਇਧਰ ਮੈਂ C ਤੇ ਇਧਰੋਂ ਮੈਂ D, ਆ ਮੈਂ ਇੱਕ ਸਮਾਨਾਂਤਰ ਚਤੁਰਭੁਜ ਜਿਹੜਾ ਹੈ ਉਹ ਬਣਾਇਆ ਹੈ ABCD। ਇਸ ਸਮਾਨਾਂਤਰ ਚਤੁਰਭੁਜ ਦੇ ਵਿੱਚ ਅਸੀਂ ਕੀ ਕਰਦੇ ਹਾਂ, ਇਸ ਨੂੰ ਇੱਕ ਜਗ੍ਹਾ ਤੋਂ ਇਦਾਂ ਕੱਟ ਲੈਂਦੇ ਹਾਂ। ਠੀਕ ਹੈ ਜੀ, ਆ ਮੰਨ ਲਓ ਇਹਨੂੰ ਆਪਾਂ E ਨਾਮ ਦੇ ਦਿੱਤਾ। ਠੀਕ ਹੈ ਜੀ, ਤੁਸੀਂ ਕੀ ਕਰਨਾ ਹੈ ਵਿਦਿਆਰਥੀਓ, ਸਭ ਤੋਂ ਪਹਿਲਾਂ ਇਸ ਤਰੀਕੇ ਦੇ ਤਿੰਨ ਸਮਾਨਾਂਤਰ ਚਤੁਰਭੁਜ ਕੱਟ ਲੈਣੇ ਹਨ। ਠੀਕ ਹੈ ਜੀ, ਪਹਿਲਾ ਚਤੁਰਭੁਜ ਤੁਸੀਂ ਆਹ ਕਰ ਲਿਆ। ਠੀਕ ਹੈ ਜੀ, ਦੂਸਰਾ ਚਤੁਰਭੁਜ ਵੀ ਤੁਸੀਂ ਜਦੋਂ ਇੱਕ ਸੇਮ ਇਹਦੇ ਨਾਲ ਦਾ ਦੂਸਰਾ ਚਤੁਰਭੁਜ ਨਹੀਂ ਬਣਾਉਂਗੇ, ਸੇਮ ਇਹਦਾ ਏਦਾਂ ਕਹਿ ਲਓ, ਉਹ ਦੋਵੇਂ ਸਮਾਨਾਂਤਰ ਚਤੁਰਭੁਜ ਆਪਸ ਦੇ ਵਿੱਚ ਕੀ ਹੋਣੇ ਚਾਹੀਦੇ ਹਨ, ਸਰਵੰਗਸਮ ਹੋਣੇ ਚਾਹੀਦੇ ਹਨ। ਠੀਕ ਹੈ ਜੀ, ਸੋ ਮੰਨ ਲਓ ਇਹਦੀ ਹੀ ਛਵੀ ਮੈਂ ਤਿਆਰ ਕੀਤੀ ਹੈ ਤਾਂ ABAD ਆਪਣੇ ਕੋਲ ਕੀ ਆ ਜਾਏਗਾ ਜੀ, AD। ਅੱਜ ਤੋਂ ਤੁਸੀਂ ਇਹਨੂੰ ਕੱਟ ਚੁੱਕੇ ਹੋ ਜੀ। ਠੀਕ ਹੈ ਜੀ, ਇਹਨੂੰ ਮੈਂ ਮੰਨ ਲੈਣਾ ਇਹ E ਆ, ਕੱਟ ਲਿਆ ਜੀ, ਇਹ B ਆ ਗਿਆ ਤੇ ਇਹ C ਆ ਗਿਆ। ਠੀਕ ਹੈ ਜੀ, ਪਹਿਲੇ ਚਤੁਰਭੁਜ ਦੇ ਵਿੱਚ ਅਸੀਂ ਕੀ ਕੀਤਾ ਕਰਨਾ ਹੈ ਜੀ, ਅਸੀਂ ਇੱਕ ਸਮਾਨਾਂਤਰ ਚਤੁਰਭੁਜ ਲਿਆ, ਉਹਦੀ ਆ ਕਟਿੰਗ ਕਰਕੇ ਇਹਨੂੰ ਵੱਖਰਾ ਕਰ ਲਿਆ। ਠੀਕ ਹੈ ਜੀ, ਜੇਕਰ ਇਹਨੂੰ ਵੱਖਰਾ ਕਰ ਲਵਾਂਗੇ ਤਾਂ ਉਹਦੀ ਆਕ੍ਰਿਤੀ ਸਾਡੇ ਕੋਲ ਕਿਹੋ ਜਿਹੀ ਬਣ ਜਾਏਗੀ, ਇਸ ਤਰ੍ਹਾਂ ਦੀ ਆਕ੍ਰਿਤੀ ਉਹਦੀ ਬਣ ਜਾਏਗੀ ਸਾਡੇ ਕੋਲ। ਠੀਕ ਹੈ ਜੀ, ਜਦੋਂ ਤੁਸੀਂ ਉਹਦੀ ਕਟਿੰਗ ਕਰ ਲਓਗੇ ਇੱਕ ਚਤੁਰਭੁਜ ਦੀ, ਇਹਦੀ ਆਕ੍ਰਿਤੀ ਕਿਸ ਢੰਗ ਦੀ ਬਣ ਜਾਏਗੀ, ਇਸ ਢੰਗ ਦੀ ਬਣ ਜਾਏਗੀ। ਠੀਕ ਹੈ, ਹੁਣ ਅਸੀਂ ਕੀ ਕਰਨਾ ਹੈ, ਜਿਹੜੀ ਆ ਆਕ੍ਰਿਤੀ ਹੈ, ਧਿਆਨ ਨਾਲ ਦੇਖਿਓ ਵਿਦਿਆਰਥੀਓ, ਜਿਹੜੀ ਆ ਸ਼ੇਡਡ ਆਕ੍ਰਿਤੀ ਹੈ ਜਿਹਨੂੰ ਆਪਾਂ ਕਟਿੰਗ ਕਰ ਚੁੱਕੇ ਹਾਂ, ਇਸ ਆਕ੍ਰਿਤੀ ਨੂੰ ਚੱਕ ਕੇ ਅਸੀਂ ਇਹਦੇ ਨਾਲ ਲਗਾ ਦੇਣਾ ਹੈ ਇੱਥੇ। ਠੀਕ ਹੈ ਜੀ, ਇਸ ਦੇ ਨਾਲ ਅਸੀਂ ਇੱਥੇ ਲਗਾ ਦੇਵਾਂਗੇ ਤੇ ਇਹਨੂੰ ਬੜੇ ਆਰਾਮ ਦੇ ਨਾਲ ਇੱਥੇ ਦੇਖੋ, ਆਹ ਵਾਲਾ D ਜਿਹੜਾ ਹੈ ਉਹ ਇਹ ਚੀਜ਼ ਬਣ ਜਾਏਗੀ, ਆ ਜਿਹੜਾ A ਹੈ ਉਹ ਇਹਦਾ ਸਬ ਪਾਰਟ ਬਣ ਜਾਏਗਾ ਜੀ, ਤੇ ਜਿਹੜਾ ਆ E ਹੈ ਉਹ ਆ ਚੀਜ਼ ਦਾ ਸਬ ਪਾਰਟ ਬਣ ਗਿਆ। ਦੇਖੋ ਧਿਆਨ ਨਾਲ ਦੇਖਿਓ ਮੈਂ ਕੀ ਕਹਿ ਰਿਹਾ, ਮੈਂ ਦੁਬਾਰਾ ਸਮਝਾਉਣ ਦੀ ਕੋਸ਼ਿਸ਼ ਕਰਦਾ। ਸਭ ਤੋਂ ਪਹਿਲੇ ਇੱਕ ਸਮਾਨਾਂਤਰ ਚਤੁਰਭੁਜ ਲਿਆ, ਉਸ ਦਾ ਇਹ ਵਾਲਾ ਹਿੱਸਾ ਜਿਹੜਾ ਹੈਗਾ ਆਪਾਂ ਕੱਟ ਲਿਆ। ਠੀਕ ਹੈ, ਕਟਿੰਗ ਕਰਨ ਤੋਂ ਬਾਅਦ ਉਹ ਸਾਨੂੰ ਲਗਭਗ ਇਸ ਤਰੀਕੇ ਦਾ ਨਜ਼ਰ ਆਏਗਾ। ਠੀਕ ਹੈ, ਠੀਕ ਹੈ, ਜਦੋਂ ਇਹ ਨਜ਼ਰ ਆਏਗਾ ਮੈਂ ਕੀ ਕੀਤਾ, ਆ ਜਿਹੜਾ ਕੱਟਿਆ ਹੋਇਆ ਹਿੱਸਾ ਸੀ, ਇਸ ਕੱਟੇ ਹੋਏ ਹਿੱਸੇ ਨੂੰ ਮੈਂ BC, ਦੇਖੋ BC ਭੁਜਾ ਜਿਹੜੀ ਹੈਗੀ ਆ ਤੇ AD ਭੁਜਾ ਨੂੰ ਸੰਪਾਤੀ ਕਰ ਦੇਣਾ। ਠੀਕ ਹੈ ਜੀ, ਇੱਕੋ ਲਾਈਨ ਤੇ ਲੈਣਾ, ਇਹਨੂੰ ਇਹਦੇ ਨਾਲ ਮਿਲਾ ਦੇਣਾ ਹੈ ਜੀ ਮੈਂ, ਤੇ ਮੇਰੇ ਕੋਲ ਇੱਕ ਇਸ ਤਰੀਕੇ ਦਾ ਜਿਹੜਾ ਹੈ ਸਮਾਨਾਂਤਰ ਚਤੁਰਭੁਜ ਦੂਸਰਾ ਤਿਆਰ ਹੋ ਜਾਏਗਾ। ਠੀਕ ਹੈ ਜੀ, ਹੁਣ ਅਸੀਂ ਕੀ ਕਰਾਂਗੇ, ਅਸੀਂ ਸੇਮ ਇਹ ਚੀਜ਼ ਦੇਖ ਸਕਦੇ ਹਾਂ ਕਿ ਇਸ ਤਰ੍ਹਾਂ ਦੀ ਆਕ੍ਰਿਤੀ ਤੇ ਆਹ ਵਾਲੀ ਆਕ੍ਰਿਤੀ ਨੂੰ ਜੇਕਰ ਅਸੀਂ ਇੱਕ ਦੂਸਰੇ ਦੇ ਉੱਪਰ ਰੱਖ ਕੇ ਦੇਖੀਏ ਤਾਂ ਅਸੀਂ ਇਹ ਚੀਜ਼ ਦੇਖ ਸਕਦੇ ਹਾਂ ਦੋਨੇ ਸਰਵੰਗਸਮ ਹੋਣਗੀਆਂ, ਤੇ ਸਰਵੰਗਸਮ ਜਿਹੜੀਆਂ ਆਕ੍ਰਿਤੀਆਂ ਹੁੰਦੀਆਂ ਹਨ ਉਹਨਾਂ ਦਾ ਖੇਤਰਫਲ ਆਪਸ ਦੇ ਵਿੱਚ ਬਰਾਬਰ ਹੁੰਦਾ ਹੈ। ਇਹ ਆਪਾਂ ਪਹਿਲੇ ਵਾਲੇ ਚੈਪਟਰਸ ਦੇ ਵਿੱਚ ਪੜ੍ਹ ਚੁੱਕੇ ਹਾਂ। ਸੋ ਮੈਂ ਪਿਛਲੇ ਲੈਕਚਰ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਕਿ ਜੇਕਰ ਅਸੀਂ ਦੋ ਆਕ੍ਰਿਤੀਆਂ ਜਿਹੜੀਆਂ ਹਨ ਉਹਨਾਂ ਨੂੰ ਕਿਸੇ ਢੰਗ ਦੇ ਨਾਲ ਸਰਵੰਗਸਮ ਸਾਬਿਤ ਕਰ ਦਈਏ। ਠੀਕ ਹੈ ਜੀ, ਹੁਣ ਸਰਵੰਗਸਮਤਾ ਦੇ ਵੈਸੇ ਤਾਂ ਕਈ ਨਿਯਮ ਨੇ, ਲੇਕਿਨ ਜੇਕਰ ਸਭ ਤੋਂ ਸੌਖਾ ਨਿਯਮ ਹੁੰਦਾ ਐਕਟੀਵਿਟੀ ਜ਼ਰੀਏ, ਜੇਕਰ ਆਪਾਂ ਉਹਦੀ ਕਟਿੰਗ ਕਰਕੇ ਉਹਨੂੰ ਉਹਦੇ ਉੱਪਰ ਐਜ਼ ਇਟ ਇਜ਼ ਰੱਖ ਦਈਏ ਕਿ ਇੱਧਰੋਂ ਤੇ ਇੱਧਰੋਂ ਕੁਝ ਨਾ ਪਤਾ ਲੱਗੇ, ਇੱਕ ਦੂਜੇ ਨੂੰ ਪੂਰੇ ਤੌਰ ਤੇ ਕਵਰ ਕਰਦੀਆਂ ਹੋਣ, ਤਾਂ ਉਹ ਦੋਵੇਂ ਆਕ੍ਰਿਤੀਆਂ ਕੀ ਹੁੰਦੀਆਂ ਹਨ, ਸਰਵੰਗਸਮ ਆਕ੍ਰਿਤੀਆਂ ਹੁੰਦੀਆਂ ਹਨ। ਤੇ ਸਰਵੰਗਸਮ ਆਕ੍ਰਿਤੀਆਂ ਦਾ ਖੇਤਰਫਲ ਹਮੇਸ਼ਾ ਆਪਸ ਦੇ ਵਿੱਚ ਕੀ ਹੁੰਦਾ ਹੈ, ਬਰਾਬਰ ਹੁੰਦਾ ਹੈ। ਸੋ ਆਓ ਵਿਦਿਆਰਥੀਓ, ਅਸੀਂ ਇਹ ਜਿਹੜੀਆਂ ਦੋ ਕੀਤੀਆਂ ਹਨ ਉਹਨਾਂ ਤੋਂ ਅਸੀਂ ਕੀ ਸਿੱਟਾ ਕੱਢਿਆ ਹੈ, ਉਹਨਾਂ ਤੋਂ ਸਾਨੂੰ ਇੱਕ ਥਿਊਰਮ ਮਿਲੀ ਹੈ। ਉਹ ਥਿਊਰਮ ਕੀ ਹੈ, ਥਿਊਰਮ ਇਹ 9.1 ਥਿਊਰਮ ਹੈ ਜੀ। ਠੀਕ ਹੈ ਜੀ, 9.1 ਥਿਊਰਮ ਦੇ ਵਿੱਚ ਉਹ ਕੀ ਕਹਿੰਦਾ ਹੈ ਕਿ ਇੱਕ ਹੀ ਆਧਾਰ ਅਤੇ ਇੱਕ ਹੀ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਦੇਖੋ, ਇੱਕ ਹੀ ਆਧਾਰ ਅਤੇ ਇੱਕ ਹੀ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਸਥਿਤ ਸਮਾਨਾਂਤਰ ਚਤੁਰਭੁਜ ਦੇਖੋ, ਆਪਾਂ ਹਮੇਸ਼ਾ ਸਮਾਨਾਂਤਰ ਚਤੁਰਭੁਜਾਂ ਦੀ ਗੱਲ ਕਰਦੇ ਹਾਂ। ਖੇਤਰਫਲ ਵਿੱਚ ਸਮਾਨ ਹੁੰਦੇ ਹਨ। ਆ ਜਿਹੜੀ ਚੀਜ਼ ਹੈ ਇਹਨੂੰ ਬੜੇ ਧਿਆਨ ਦੇ ਨਾਲ ਸਮਝਣ ਦੀ ਲੋੜ ਹੈ। ਮੈਂ ਬਾਰ-ਬਾਰ ਜ਼ਿਕਰ ਕਰਦਾ ਹਾਂ, ਇਹਨਾਂ ਚੀਜ਼ਾਂ ਨੂੰ ਬੜੇ ਅੱਛੇ ਤਰੀਕੇ ਨਾਲ ਸਮਝਣਾ ਹੈ ਕਿ ਇੱਕ ਹੀ ਆਧਾਰ ਅਤੇ ਇੱਕ ਹੀ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਸਥਿਤ ਸਮਾਨਾਂਤਰ ਚਤੁਰਭੁਜ ਖੇਤਰਫਲ ਵਿੱਚ ਸਮਾਨ ਹੁੰਦੇ ਹਨ। ਜਦੋਂ ਅਸੀਂ 9.1 ਅਭਿਆਸ ਕੀਤੀ ਸੀ, ਮੈਂ ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਅਸੀਂ ਕਿਉਂ ਬਾਰ-ਬਾਰ ਚੀਜ਼ਾਂ ਪੜ੍ਹਦੇ ਹਾਂ, ਕਿਉਂਕਿ ਉਹਦੇ ਵਿੱਚ ਅਸੀਂ ਇਸ ਥਿਊਰਮ ਦਾ ਪਹਿਲਾ ਹਿੱਸਾ ਜਿਹੜਾ ਸੀ ਉਹ ਦੇਖਿਆ ਸੀ। ਉਹ ਕੀ ਸੀ ਕਿ ਇੱਕ ਹੀ ਆਧਾਰ ਤੇ ਇੱਕ ਹੀ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਦੀਆਂ ਆਕ੍ਰਿਤੀਆਂ ਨੂੰ ਅਸੀਂ ਲੱਭਣਾ ਸ਼ੁਰੂ ਕਰ ਦਿੱਤਾ ਸੀ।
ठीक है जी। ਅਸੀਂ ਬਾਰ-ਬਾਰ ਇਹ ਗੱਲ ਕਹਿ ਰਹੇ ਸੀ ਉਸ ਟਾਈਮ ਕਿ ਅਸੀਂ ਕਿਉਂ ਉਹ ਚੀਜ਼ ਕਰ ਰਹੇ ਹਾਂ, ਅਸੀਂ ਉਸ ਚੀਜ਼ ਦਾ ਸਾਨੂੰ ਫਾਇਦਾ ਅੱਗੇ ਹੋਏਗਾ ਤੇ ਉਹ ਫਾਇਦਾ ਕਿੱਥੇ ਹੋ ਰਿਹਾ, ਉਹ ਫਾਇਦਾ ਹੋ ਰਿਹਾ ਇੱਥੇ ਸਾਨੂੰ ਆ ਕੇ ਕਿ ਇੱਕ ਹੀ ਆਧਾਰ ਅਤੇ ਇੱਕ ਹੀ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਸਥਿਤ ਸਮਾਨਾਂਤਰ ਚਤੁਰਭੁਜ ਦਾ ਖੇਤਰਫਲ ਸਮਾਨ ਹੁੰਦਾ ਹੈ। ਹੁਣ ਜਿਹੜਾ ਇਹਦਾ ਦੂਸਰਾ ਹਿੱਸਾ ਹੈ ਸਮਾਨਾਂਤਰ ਚਤੁਰਭੁਜਾਂ ਦਾ ਖੇਤਰਫਲ ਆਪਸ ਵਿੱਚ ਕੀ ਹੁੰਦਾ ਹੈ, ਸਮਾਨ ਹੁੰਦਾ ਹੈ। ਉਹ ਸਾਨੂੰ ਕਿੱਥੋਂ ਮਿਲਦਾ ਹੈ ਆ ਕੇ, ਉਹ ਅਸੀਂ ਜਿਹੜੀਆਂ ਹੁਣੇ ਥੋੜੀ ਦੇਰ ਪਹਿਲਾਂ ਦੋ ਕਿਰਿਆਵਾਂ ਕੀਤੀਆਂ, ਪਹਿਲੀ ਕਿਰਿਆ ਅਸੀਂ ਕੀਤੀ ਆਲੇਖ ਵਾਲੀ, ਦੂਜੀ ਕਿਰਿਆ ਕੀਤੀ ਮੈਂ ਇੱਥੇ ਪੇਪਰ ਕਟਿੰਗ ਨਹੀਂ ਕੀਤੀ ਲੇਕਿਨ ਇੱਥੇ ਮੈਂ ਇੱਕ ਦਰਸਾਉਣ ਦੀ ਕੋਸ਼ਿਸ਼ ਕੀਤੀ, ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਅਸੀਂ ਕਟਿੰਗ ਕਰਕੇ ਦੋ ਸਮਾਨਾਂਤਰ ਤ੍ਰਿਭੁਜਾਂ ਨੂੰ ਇੱਕ ਦੂਜੇ ਦੇ ਸਰਵੰਗਸਮ ਕਰ ਸਕਦੇ ਹਾਂ ਤੇ ਉਸ ਤੋਂ ਭਾਵ ਕੀ ਹੋ ਸਕਦਾ ਹੈ ਕਿ ਉਹ ਦੋਨਾਂ ਦਾ ਆਪਸ ਵਿੱਚ ਖੇਤਰਫਲ ਕੀ ਹੋਏਗਾ, ਬਰਾਬਰ ਹੋਏਗਾ। ਲੇਕਿਨ ਹੁਣ ਉਹਨਾਂ ਪਹਿਲੀ 9.1 ਤੇ ਦੋ ਕਿਰਿਆਵਾਂ ਤੋਂ ਜਿਹੜੀ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਉਹ ਹੈ ਸਾਡੀ ਥਿਊਰਮ 9.1 ਤੇ ਉਹ ਕੀ ਹੈ ਕਿ ਇੱਕ ਹੀ ਆਧਾਰ ਅਤੇ ਇੱਕ ਹੀ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਸਥਿਤ ਸਮਾਨਾਂਤਰ ਚਤੁਰਭੁਜ ਖੇਤਰਫਲ ਵਿੱਚ ਸਮਾਨ ਹੁੰਦੇ ਹਨ। ਅਸੀਂ ਕੀ ਕਰਦੇ ਹਾਂ ਪਿਆਰੇ ਵਿਦਿਆਰਥੀਓ, ਇੱਥੇ ਅਸੀਂ ਇੱਕ ਸਮਾਨਾਂਤਰ ਚਤੁਰਭੁਜ ਬਣਾ ਲੈਂਦੇ ਹਾਂ। ਆ ਸਾਡੇ ਕੋਲ ਇੱਕ ਸਮਾਨਾਂਤਰ ਚਤੁਰਭੁਜ ਬਣ ਗਿਆ, ਠੀਕ ਹੈ ਜੀ। ਇਸ ਸਮਾਨਾਂਤਰ ਚਤੁਰਭੁਜ ਦੇ ਨਾਲ ਅਸੀਂ ਇੱਕ ਹੀ ਕਰਦੇ ਹਾਂ, ਇੱਕ ਹੋਰ ਸਮਾਨਾਂਤਰ ਚਤੁਰਭੁਜ ਬਣਾ ਇੱਥੋਂ ਆਪਾਂ ਇਹਦੇ ਸਮਾਨਾਂਤਰ ਆਪਾਂ ਲਾਈਨ ਰੇਖਾ ਖਿੱਚ ਲਈਏ ਇੱਥੇ ਤੇ ਇਹਨਾਂ ਨੂੰ ਆਪਸ ਦੇ ਵਿੱਚ ਵਧਾ ਲਈਏ। ਬੜੇ ਧਿਆਨ ਦੇ ਨਾਲ ਕਰਨਾ ਪਏਗਾ ਜੀ। ਇਹਨਾਂ ਨੂੰ ਆਪਸ ਵਿੱਚ ਇੱਥੋਂ ਵਧਾ ਲੈਂਦੇ ਹਾਂ ਤੇ ਇਹ ਸਾਡੇ ਕੋਲ ਕੀ ਬਣ ਗਈ, ਇੱਕ ਦੋ ਸਮਾਨਾਂਤਰ ਚਤੁਰਭੁਜ ਬਣ ਗਏ ਜਿਨ੍ਹਾਂ ਦੇ ਨਾਮ ਹਨ ਵਿਦਿਆਰਥੀਓ A B C ਤੇ D ਤੇ ਦੂਸਰਾ ਚਤੁਰਭੁਜ ਸਾਡੇ ਕੋਲ ਹੈ F ਤੇ E। ਇਹਨਾਂ ਚੀਜ਼ਾਂ ਦਾ ਬੜੇ ਧਿਆਨ ਦੇ ਨਾਲ ਦੇਖਣਾ ਪੈਣਾ। A B C D ਤੇ E F C D ਜਿਹੜੇ ਹਨ ਇਹ ਦੋ ਸਮਾਨਾਂਤਰ ਚਤੁਰਭੁਜ ਹਨ। ਜੇਕਰ ਸਮਾਨਾਂਤਰ ਚਤੁਰਭੁਜ ਹਨ ਤਾਂ ਵਿਦਿਆਰਥੀਓ ਮੈਂ ਇਹਦੇ ਵਿੱਚ ਸਮਾਨਾਂਤਰ ਰੇਖਾਵਾਂ ਦਾ ਨਿਸ਼ਾਨ ਲਗਾ ਲੈਣਾ ਤਾਂ ਕਿ ਸਾਨੂੰ ਇਹ ਚੀਜ਼ ਕਲੀਅਰ ਹੋ ਜਾਏ ਕਿ ਇਹਨਾਂ ਦਾ ਆਧਾਰ ਕਿਹੜਾ ਹੈ, DC ਦਾ ਆਧਾਰ ਹੈ ਤੇ ਕਿਹੜੀਆਂ ਦੋ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਹਨ, ਇਹਨਾਂ ਦੋ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਹਨ। ਹੁਣ ਜੇਕਰ ਇਹ ਇਹਨਾਂ ਦੋ ਰੇਖਾਵਾਂ ਦੇ ਵਿਚਕਾਰ ਹਨ ਤਾਂ ਸਾਡੇ ਕੋਲ ਦੇਖੋ ਕੀ ਆ ਰਿਹਾ, ਸਾਡੇ ਕੋਲ ਦੋਵੇਂ ਜਿਹੜੇ ਆਪਣੇ ਸਮਾਨਾਂਤਰ ਚਤੁਰਭੁਜਾਂ ਨੂੰ ਇਸੇ ਆਧਾਰ ਦੇ ਉੱਤੇ ਹਨ, ਠੀਕ ਹੈ ਜੀ। ਮੈਂ ਹੁਣ ਕਿਸੇ ਢੰਗ ਨਾਲ ਇਹ ਸਿੱਧ ਕਰ ਦਵਾਂ ਕਿ ਆਹ ਵਾਲਾ ਸਮਾਨਾਂਤਰ ਜਿਹੜਾ ਚਤੁਰਭੁਜ ਹੈ ਤੇ ਇਸ ਸਮਾਨਾਂਤਰ ਚਤੁਰਭੁਜ ਇਹ ਦੋਵੇਂ ਆਪਸ ਦੇ ਵਿੱਚ ਸਰਵੰਗਸਮ ਹਨ ਤੇ ਆਟੋਮੈਟਿਕਲੀ ਇਹਨਾਂ ਦਾ ਖੇਤਰਫਲ ਵੀ ਜਿਹੜਾ ਹੈਗਾ ਉਹ ਆਪਸ ਦੇ ਵਿੱਚ ਬਰਾਬਰ ਹੋ ਜਾਏਗਾ, ਠੀਕ ਹੈ ਜੀ। ਤੋਂ ਆਪਾਂ ਇਹਨੂੰ ਹੱਲ ਕਰਨ ਦੇ ਲਈ ਕੀ ਕਰਦੇ ਹਾਂ, ਅਸੀਂ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਹੈ, ਮੈਂ ਹੁਣ ਵਿਦਿਆਰਥੀਓ ਇਸ ਚੀਜ਼ ਨੂੰ ਕਾਫੀ ਵਾਰ ਬੋਲ ਚੁੱਕਾ ਹਾਂ ਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਹ ਵਾਲਾ ਪਾਰਟ ਜਿਹੜਾ ਹੈਗਾ ਉਹ ਪੂਰੀ ਤਰੀਕੇ ਨਾਲ ਸਮਝ ਲਿਆ ਹੋਵੇਗਾ। ਹੁਣ ਅਸੀਂ ਕੀ ਕਰਦੇ ਹਾਂ, ਇਸ ਪਾਰਟ ਨੂੰ ਮਿਟਾ ਕੇ ਇੱਥੇ ਇਸ ਥਿਊਰਮ ਦਾ ਜਿਹੜਾ ਹੈ ਉਹ ਪ੍ਰੂਫ ਜਿਹੜਾ ਹੈ ਉਹ ਕਰਨਾ ਸ਼ੁਰੂ ਕਰਦੇ ਹਾਂ, ਠੀਕ ਹੈ ਜੀ। ਇਹਦਾ ਪ੍ਰੂਫ ਆਪਾਂ ਕਿਵੇਂ ਕਰਾਂਗੇ, ਅਸੀਂ ਕੀ ਕਰਦੇ ਹਾਂ, ਸਭ ਤੋਂ ਪਹਿਲਾਂ ਆਪਾਂ ਸਿੱਧ ਕੀ ਕਰਨਾ ਹੈ, ਸਿੱਧ ਕਰਨ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਵਿਦਿਆਰਥੀਓ, ਅਸੀਂ ਸਿੱਧ ਕਰਨਾ ਹੈ ਖੇਤਰਫਲ ਸਮਾਨਾਂਤਰ ਚਤੁਰਭੁਜ ABCD ਬਰਾਬਰ ਹੈ ਕਿਹਦੇ ਵਿਦਿਆਰਥੀਓ, ਖੇਤਰਫਲ ਸਮਾਨਾਂਤਰ ਚਤੁਰਭੁਜ EFCD ਦੇ, ਠੀਕ ਹੈ ਜੀ। ਆ ਮੈਂ ਸਿੱਧ ਕਰਨਾ ਹੈ ਤੇ ਸਿੱਧ ਕਰਨ ਦੇ ਲਈ ਮੈਂ ਕੀ ਕਰਾਂਗਾ, ਇਹਦੇ ਵਿੱਚ ਸਬੂਤ ਦਵਾਂਗਾ ਉਹਨੂੰ, ਉਹ ਕੀ ਸਬੂਤ ਹੋਣਗੇ ਉਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਕੀ ਕਰਾਂਗਾ ਵਿਦਿਆਰਥੀਓ, ਇਹਨਾਂ ਦੋ ਤ੍ਰਿਭੁਜਾਂ ਦੀ ਆਪਸ ਦੇ ਵਿੱਚ ਗੱਲ ਕਰਾਂਗਾ, ਠੀਕ ਹੈ ਜੀ। ਮੈਂ ਲਿਖ ਰਿਹਾ ਤ੍ਰਿਭੁਜ AED ਅਤੇ ਤ੍ਰਿਭੁਜ BFC ਵਿੱਚ, ਇਹਨਾਂ ਦੋ ਤ੍ਰਿਭੁਜਾਂ ਦੇ ਵਿੱਚ ਆਪਸ ਦੇ ਵਿੱਚ ਗੱਲ ਕਰਦਾ ਮੈਂ। ਤੇ ਇਹਨੂੰ ਕਰਨ ਤੋਂ ਪਹਿਲਾਂ ਮੈਂ ਕੀ ਕਰਦਾ, ਮੈਂ ਹਰ ਵਾਰ ਆਪਣੇ ਪਿਛਲੇ ਲੈਕਚਰਸ ਦੇ ਵਿੱਚ ਵੀ ਦੱਸਦਾ ਰਿਹਾ ਆ ਕਿ ਜਦੋਂ ਵੀ ਜਮਾਇਤੀ ਦੇ ਰਚਨਾਵਾਂ ਹੁੰਦੀਆਂ ਮੈਂ ਇਹਨਾਂ ਦੇ ਕੋਣਾਂ ਨੂੰ ਨਾਮ ਦੇ ਲੈਂਦਾ। ਇਹਨਾਂ ਨੂੰ ਨਾਮ ਦੇਣ ਦਾ ਮੈਨੂੰ ਇੱਕ ਸੌਖਾ ਕੰਮ ਇਹ ਹੋ ਜਾਂਦਾ ਵਿਦਿਆਰਥੀਓ, ਬਾਰ-ਬਾਰ ਵੱਡਾ ਨਾਮ ਲਿਖਣ ਦੇ ਨਾਲ ਥੋੜਾ ਜਿਹਾ ਬੰਦੇ ਨੂੰ ਕਨਫਿਊਜ਼ਨ ਹੋ ਜਾਂਦੀ ਆ। ਮੈਂ ਕੀ ਕਰਦਾ, ਮੈਂ ਇਹਨਾਂ ਨੂੰ ਨਾਮ ਦੇ ਲੈਂਦਾ। ਇਹਨੂੰ ਨਾਮ ਦੇ ਲੈਂਦਾ ਕੋਣ ਨੰਬਰ 1, ਇਹ ਕੋਣ ਨੰਬਰ 2 ਕਰ ਲੈਂਦੇ ਆ ਜੀ, ਇਹਨੂੰ ਕੋਣ ਨੰਬਰ 3 ਕਰ ਲੈਂਦੇ ਆ, ਆਹ ਕੋਣ ਨੰਬਰ ਹੋ ਗਿਆ ਸਾਡੇ ਕੋਲ 4, ਇਸ ਨੂੰ ਕਰ ਲੈਂਦੇ ਆ ਜੀ ਕੋਣ ਨੰਬਰ 5 ਤੇ ਇਸ ਨੂੰ ਕਰ ਲੈਂਦੇ ਕੋਣ ਨੰਬਰ 6। ਦੋਵਾਂ ਤ੍ਰਿਭੁਜਾਂ ਦੇ ਜਿਹੜੇ ਹੈਗੇ ਨੇ ਕੋਣਾਂ ਦੇ ਨਾਮ ਜਿਹੜੇ ਹੈਗੇ ਉਹ ਮੈਂ ਇੱਥੇ ਦਰਜ ਕਰ ਦਿੱਤੇ ਨੇ। ਹੁਣ ਦੇਖੋ ਵਿਦਿਆਰਥੀਓ, ਸਭ ਤੋਂ ਪਹਿਲੀ ਗੱਲ ਕੀ ਹੈ, ਧਿਆਨ ਨਾਲ ਦੇਖਣਾ ਜਰਾ। ਆ ਰੇਖਾ ਇਸ ਰੇਖਾ ਦੇ ਸਮਾਨਾਂਤਰ ਹੈ, ਕਿਉਂ ਹੈ, ਕਿਉਂਕਿ ਜੀ ABCD ਇੱਕ ਸਮਾਨਾਂਤਰ ਚਤੁਰਭੁਜ ਹੈ। ਇਸ ਤੋਂ ਭਾਵ ਇਹ ਹੋਇਆ ਵਿਦਿਆਰਥੀਓ ਕੋਣ 1 ਬਰਾਬਰ ਕੋਣ 2 ਹੋ ਗਿਆ। ਇਸੇ ਤਰੀਕੇ ਨਾਲ ਵਿਦਿਆਰਥੀਓ ਧਿਆਨ ਦੇਣਾ, ਆਹ ਵਾਲੀ ਰੇਖਾ ਜਿਹੜੀ ਹੈਗੀ ਹੈ ਇਸ ਰੇਖਾ ਦੇ ਸਮਾਨਾਂਤਰ ਹੈ। ਕਾਰਨ ਕੀ ਹੈ ਕਿ EFCD ਇੱਕ ਸਮਾਨਾਂਤਰ ਚਤੁਰਭੁਜ ਹੈ। ਇਸ ਤੋਂ ਭਾਵ ਕੀ ਨਿਕਲਿਆ ਕਿ ਕੋਣ 3 ਬਰਾਬਰ ਕੋਣ 4 ਦੇ ਹੋ ਗਿਆ। ਤੇ ਇਹਨਾਂ ਦੋਨਾਂ ਦਾ ਕਾਰਨ ਕੀ ਹੈ, ਦੋਵੇਂ ਕੋਣ ਕੀ ਨੇ, ਇਹ ਸੰਗਤ ਕੋਣ ਹਨ। ਸੰਗਤ ਕੋਣ ਕਿਉਂ ਹਨ, ਸਮਾਨਾਂਤਰ ਚਤੁਰਭੁਜ ਦੇਖੋ ਆਪਣੇ ਕੋਲ ਆ ਦੋ ਸਮਾਨਾਂਤਰ ਰੇਖਾਵਾਂ ਹੋ ਜਾਂਦੀਆਂ, ਅਸੀਂ ਇਹਨਾਂ ਨੂੰ ਸੰਗਤ ਕੋਣ ਕਹਿੰਦੇ ਆ ਨਾ। ਇਹੀ ਸੰਗਤ ਕੋਣ ਜਿਹੜੇ ਹਨ ਸਾਡੇ ਇੱਥੇ ਵਿੱਚ ਨਜ਼ਰ ਆ ਰਹੇ ਹਨ। ਦੇਖੋ
ਆ ਜਿਹੜੀਆਂ ਦੋ ਰੇਖਾਵਾਂ ਸਮਾਂਤਰ ਹੋ ਗਈਆਂ ਆਪਸ ਦੇ ਵਿੱਚ AD ਤੇ BC ਤੇ ਆ ਜਿਹੜੀ AB ਹੈ ਇਹ ਉਹਦੀ ਕਾਟਵੀਂ ਰੇਖਾ ਹੋ ਗਈ। ਇਸ ਨਾਲ ਕੀ ਬਣ ਗਿਆ A1 ਤੇ 2 ਜਿਹੜੇ ਹਨ ਉਹਦੇ ਸੰਗਤ ਕੋਣ ਹੋ ਗਏ। ਇਸੇ ਤਰੀਕੇ ਨਾਲ ਕੋਣ 3 ਤੇ ਕੋਣ 4 ਜਿਹੜੇ ਹਨ ਉਹ ਕੀ ਹੋ ਗਏ ਸੰਗਤ ਕੋਣ ਹੋ ਗਏ। ਹੁਣ ਇੱਥੇ ਮੈਂ ਲਿਖ ਰਿਹਾ ਕੋਣ 5 ਬਰਾਬਰ ਕੋਣ 6 ਇਹ ਲਿਖ ਦਿੰਦੇ ਜੀ ਆਪਾਂ ਤ੍ਰਿਭੁਜ ਦਾ ਤੀਸਰਾ ਕੋਣ। ਦੇਖੋ ਦੋ ਕੋਣ ਜੇਕਰ ਆਪਾਂ ਇਹ ਚੀਜ਼ ਜਾਣਦੇ ਹਾਂ ਕਿ ਜੇਕਰ ਕਿਸੇ ਤ੍ਰਿਭੁਜ ਦੇ ਦੋ ਕੋਣ ਆਪਸ ਦੇ ਵਿੱਚ ਬਰਾਬਰ ਹੋ ਜਾਂਦੇ ਹਨ ਤਾਂ ਤੀਸਰਾ ਕੋਣ ਆਟੋਮੈਟਿਕਲੀ ਆਪਸ ਦੇ ਵਿੱਚ ਬਰਾਬਰ ਹੁੰਦਾ ਕਿਉਂਕਿ ਤ੍ਰਿਭੁਜਾਂ ਦੀ ਜੋੜ ਦਾ ਗੁਣ ਹੈ ਕਿ ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ 180 ਡਿਗਰੀ। ਸੋ ਵਿਦਿਆਰਥੀਓ ਆ ਚੀਜ਼ ਆਪਣੇ ਕੋਲ ਆ ਗਈ। ਇਸ ਤੋਂ ਇਲਾਵਾ ਸਾਡੇ ਕੋਲ ਕੀ ਦਿੱਤਾ ਹੋਇਆ ਧਿਆਨ ਨਾਲ ਦੇਖਿਓ। ਇਸ ਤੋਂ ਇਲਾਵਾ ਸਾਨੂੰ ਦਿੱਤਾ ਹੋਇਆ AD ਬਰਾਬਰ ਹੈ BC ਦੇ। ਕਿਉਂਕਿ ਇਹ ਹਨ ਸਮਾਨਾਂਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ। ਠੀਕ ਹੈ ਜੀ। ਆ ਵਿਦਿਆਰਥੀਓ ਸਾਡੇ ਕੋਲ ਚੀਜ਼ ਆ ਗਈ ਆ। ਇਹਦੇ ਵਿੱਚ ਮੈਂ ਫਿਰ ਦੱਸਣਾ ਕੋਣ 1 ਕੋਣ 2 ਦੇ ਬਰਾਬਰ, ਕੋਣ 3 ਕੋਣ 4 ਦੇ ਬਰਾਬਰ ਕਿਉਂਕਿ ਇਹ ਸੰਗਤ ਕੋਣ ਹਨ, ਕੋਣ 5 ਕੋਣ 6 ਦੇ ਬਰਾਬਰ ਕਿਉਂਕਿ ਇਹ ਤ੍ਰਿਭੁਜਾਂ ਦਾ ਤੀਸਰਾ ਕੋਣ ਹੈ। ਤੀਸਰਾ ਕੋਣ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਤ੍ਰਿਭੁਜਾਂ ਦੇ ਕੋਣਾਂ ਦਾ ਤ੍ਰਿਭੁਜਾਂ ਦਾ ਆਪਸ ਵਿੱਚ ਗੁਣ ਹੁੰਦਾ ਹੈ ਕਿ ਉਹਨਾਂ ਦਾ ਤੀਸਰਾ ਕੋਣ ਜਿਹੜਾ ਹੈ ਜੇਕਰ ਦੋ ਕੋਣ ਬਰਾਬਰ ਹੋਣ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੈ ਤਾਂ ਤੀਸਰਾ ਕੋਣ ਬਰਾਬਰ ਹੀ ਹੋਏਗਾ ਕਿਉਂਕਿ ਜੇ ਬਰਾਬਰ ਨਾ ਹੋਇਆ ਤੇ ਉਹਨਾਂ ਦਾ ਜੋੜ 180 ਡਿਗਰੀ ਕਦੇ ਵੀ ਨਹੀਂ ਬਣੇਗਾ। ਠੀਕ ਹੈ। ਸੋ ਇਹਦੇ ਵਿੱਚ AD ਬਰਾਬਰ BC ਆ ਗਿਆ। ਹੁਣ ਸਰਵੰਸਮਤਾ ਦੇ ਨਿਯਮ ਅਸੀਂ ਕੀਤੇ ਹੋਏ ਹਨ। ਆ ਭੁਜਾ ਇਸ ਭੁਜਾ ਦੇ ਬਰਾਬਰ ਆ ਗਈ, ਆ ਵਾਲਾ ਕੋਣ ਇਸ ਕੋਣ ਦੇ ਬਰਾਬਰ ਆ, 5 ਕੋਣ 6 ਦੇ ਬਰਾਬਰ। ਇਸ ਤੋਂ ਭਾਵ ਕੀ ਹੋ ਗਿਆ ਕਿ ਤ੍ਰਿਭੁਜ AED ਸਰਵੰਸਮ ਹੈ ਤ੍ਰਿਭੁਜ BFC ਦੇ ਤੇ ਕਾਰਨ ਹੈ ਵਿਦਿਆਰਥੀਓ ਐਂਗਲ ਸਾਈਡ ਐਂਗਲ ਭਾਵ ਕੋਣ ਭੁਜਾ ਕੋਣ। ਆ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਇੱਥੇ ਆਪਾਂ ਸਮਝ ਲੈਣੇ। ਮੇਰੇ ਕੋਲ ਜਗ੍ਹਾ ਦੀ ਥੋੜੀ ਘਾਟ ਹੈ ਇਸ ਕਰਕੇ ਇਸ ਚੀਜ਼ ਨੂੰ ਇੱਕ ਵਾਰ ਫੇਰ ਸਮਝ ਕੇ ਮੈਨੂੰ ਇਰੇਜ਼ ਕਰਾਂਗਾ ਤੇ ਮਿਟਾ ਦਵਾਂਗਾ। ਉਸ ਤੋਂ ਬਾਅਦ ਦੁਬਾਰਾ ਇਹਨੂੰ ਇਸ ਤੋਂ ਬਾਅਦ ਕਰਾਂਗਾ। ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਕੀ ਦੇਖਿਆ ਇਸ ਪਾਰਟ ਦੇ ਵਿੱਚ ਆਪਾਂ ਕੀ ਦੇਖਿਆ ਕਿ ਆਹ ਵਾਲੀ ਜਿਹੜੀ ਤ੍ਰਿਭੁਜ ਹੈ ਉਹ ਇਸ ਤ੍ਰਿਭੁਜ ਦੇ ਕੀ ਬਣ ਗਈ ਹੈ ਸਰਵੰਸਮ ਬਣ ਗਈ ਹੈ। ਕਿਸ ਤਰੀਕੇ ਨਾਲ ਬਣੀ ਹੈ ਦੋ ਸੰਗਤ ਕੋਣ ਤੀਸਰਾ ਕੋਣ ਹੋ ਗਿਆ ਤ੍ਰਿਭੁਜ ਦਾ ਤੇ ਸਮਾਨਾਂਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਜਿਹੜੀਆਂ ਹਨ ਉਹ ਆਪਸ ਦੇ ਵਿੱਚ ਬਰਾਬਰ ਹੁੰਦੀਆਂ ਹਨ। ਇਸ ਕਰਕੇ ਆ ਭੁਜਾ AD ਭੁਜਾ BC ਦੇ ਬਰਾਬਰ ਹੋ ਗਈ ਹੈ ਤੇ ਇਸ ਦੇ ਨਾਲ ਕੀ ਬਣ ਗਈਆਂ ਦੋਨੋਂ ਤ੍ਰਿਭੁਜਾਂ ਆਪਣੀਆਂ ਦੋਨੋਂ ਤ੍ਰਿਭੁਜਾਂ ਆਪਸ ਦੇ ਵਿੱਚ ਕੀ ਬਣ ਗਈਆਂ ਸਰਵੰਸਮ ਬਣ ਗਈਆਂ। ਹੁਣ ਇਸ ਤੋਂ ਬਾਅਦ ਅਗਲਾ ਕਰਨ ਦੇ ਲਈ ਮੈਂ ਇਸ ਦੇ ਇਹ ਰਿਜ਼ਲਟ ਥੋੜੇ ਇਰੇਜ਼ ਕਰ ਦਿੰਦਾ ਤੇ ਅਸੀਂ ਚੱਲਦੇ ਹਾਂ ਜੀ ਇਹਦੇ ਅਗਲੇ ਰਿਜ਼ਲਟ ਵੱਲ ਸਾਡੇ ਕੋਲ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ। ਠੀਕ ਹੈ ਜੀ। ਚਲੋ ਆਓ ਵਿਦਿਆਰਥੀਓ ਅਸੀਂ ਇਹ ਚੀਜ਼ ਇੱਥੇ ਸਿੱਧ ਕਰ ਚੁੱਕੇ ਹਾਂ। ਕੀ ਸਿੱਧ ਕਰ ਚੁੱਕੇ ਹਾਂ ਕਿ ਤ੍ਰਿਭੁਜ AED ਸਰਵੰਸਮ ਹੈ ਤ੍ਰਿਭੁਜ BFC ਦੇ। ਇਸ ਤੋਂ ਭਾਵ ਇਹ ਨਿਕਲਿਆ ਵਿਦਿਆਰਥੀਓ ਖੇਤਰਫਲ ਤ੍ਰਿਭੁਜ AED ਬਰਾਬਰ ਹੈ ਖੇਤਰਫਲ ਤ੍ਰਿਭੁਜ BFC ਦੇ। ਦੇਖੋ ਇਹ ਚੀਜ਼ ਆਪਾਂ ਕਹਿ ਚੁੱਕੇ ਹਾਂ ਪਹਿਲਾਂ ਹੀ ਕਿ ਜੇਕਰ ਦੋ ਆਕ੍ਰਿਤੀਆਂ ਆਪਸ ਦੇ ਵਿੱਚ ਸਰਵੰਸਮ ਹੁੰਦੀਆਂ ਹਨ ਤਾਂ ਉਹਨਾਂ ਦੇ ਖੇਤਰਫਲ ਵੀ ਆਪਸ ਦੇ ਵਿੱਚ ਬਰਾਬਰ ਹੁੰਦੇ ਹਨ। ਹੁਣ ਦੇਖੋ ਮੈਂ ਕੀ ਕਰ ਰਿਹਾ ਮੈਂ ਇਹਨਾਂ ਦੋਨਾਂ ਆਕ੍ਰਿਤੀਆਂ ਦੇ ਵਿੱਚ ਦੇਖੋ ਮੈਥਮੈਟਿਕਸ ਦਾ ਇੱਕ ਨਿਯਮ ਹੈ ਇਕੁਐਲਿਟੀ ਦਾ ਉਹਦੇ ਬਰਾਬਰ ਦਾ ਇੱਕ ਨਿਯਮ ਹੁੰਦਾ ਹੈ। ਜੇਕਰ ਬਰਾਬਰ ਚੀਜ਼ਾਂ ਦੇ ਵਿੱਚ ਜੋੜਿਆ ਜਾਵੇ ਤਾਂ ਉਹ ਕਦੇ ਵੀ ਗਲਤ ਨਹੀਂ ਹੁੰਦੀਆਂ ਉਹ ਠੀਕ ਉਹ ਵੀ ਬਰਾਬਰ ਹੀ ਰਹਿਣਗੀਆਂ। ਇਸ ਤੋਂ ਭਾਵ ਇਹ ਹੈ ਇਹ ਜੇ ਦੋਵੇਂ ਖੇਤਰਫਲ ਬਰਾਬਰ ਹਨ ਇਹਨਾਂ ਦੋਨਾਂ ਦੇ ਵਿੱਚ ਮੈਂ ਕੋਈ ਚੀਜ਼ ਬਰਾਬਰ ਦੀ ਚੀਜ਼ ਐਡ ਕਰ ਦਵਾਂ ਤਾਂ ਫਿਰ ਵੀ ਬਰਾਬਰ ਹੀ ਰਹਿਣਗੇ। ਠੀਕ ਹੈ। ਦੇਖੋ ਮੈਂ ਕੀ ਕਰ ਰਿਹਾ ਮੈਂ ਕਰ ਰਿਹਾ ਏਰੀਆ ਆਫ ਟ੍ਰਾਇੰਗਲ ਯਾਨੀ ਕਿ ਏਰੀਆ ਆਫ ਤ੍ਰਿਭੁਜ AED ਦੇ ਵਿੱਚ ਜਮਾ ਕਰ ਰਿਹਾ ਮੈਂ ਕਿਹਦਾ ਜਮਾ ਕਰ ਰਿਹਾ ਏਰੀਆ ਆਫ ਕਿਹਦਾ EBCD ਆ ਚਤੁਰਭੁਜ ਜਿਹੜਾ ਹੈ EBCD ਦਾ ਖੇਤਰਫਲ ਜਿਹੜਾ ਹੈ ਉਹ ਮੈਂ ਇਹਦੇ ਵਿੱਚ ਜੋੜ ਦਿੱਤਾ। ਇਸੇ ਤਰੀਕੇ ਦੇ ਨਾਲ ਏਰੀਆ ਆਫ ਯਾਨੀ ਕਿ ਖੇਤਰਫਲ ਤ੍ਰਿਭੁਜ BFC ਦੇ ਵਿੱਚ ਮੈਂ ਕੀ ਕੀਤਾ ਖੇਤਰਫਲ ਜੋੜ ਦਿੱਤਾ ਚਤੁਰਭੁਜ EBCD ਦਾ। ਠੀਕ ਹੈ। ਹੁਣ ਦੇਖੋ ਵਿਦਿਆਰਥੀਓ ਆ ਜਿਹੜਾ ਵਿਚਕਾਰ ਵਾਲਾ ਚਤੁਰਭੁਜ ਆ ਵਾਲਾ ਖੇਤਰਫਲ ਠੀਕ ਹੈ ਜੀ ਆ ਇਹਦੀ ਗੱਲ ਕਰ ਰਿਹਾ ਮੈਂ। ਠੀਕ ਹੈ ਜੀ। ਜਿਹੜਾ ਵਿਚਕਾਰ ਦਾ ਡਾਟਡ ਲਾਈਨਸ ਵਾਲਾ ਆ ਮੈਂ ਇਸ ਤ੍ਰਿਭੁਜ ਦੇ ਵਿੱਚ ਵੀ ਆ ਜੋੜ ਦਿੱਤਾ ਇਸ ਤ੍ਰਿਭੁਜ ਦੇ ਵਿੱਚ ਵੀ ਆ ਜੋੜ ਦਿੱਤਾ। ਜਦੋਂ ਵਿਦਿਆਰਥੀਓ ਮੈਂ ਇਸ ਤ੍ਰਿਭੁਜ ਦੇ ਵਿੱਚ ਆ ਵਾਲੀ ਚੀਜ਼ ਜੋੜਾਂਗਾ ਤੇ ਉਹ ਕੀ ਬਣ ਜਾਏਗਾ ਖੇਤਰਫਲ ਸਮਾਨਾਂਤਰ ਚਤੁਰਭੁਜ ABCD। ਦੇਖੋ ਧਿਆਨ ਨਾਲ ਇਹਨੂੰ ਛੱਡ ਦਿਓ ਇਹਦੇ ਵਿੱਚ ਆ ਜੋੜਿਆ ਤੇ ਇਹ ABCD ਬਣ ਗਿਆ। ਦੂਸਰੇ ਦੇ ਵਿੱਚ ਕੀ ਬਣ ਗਿਆ ਖੇਤਰਫਲ ਸਮਾਨਾਂਤਰ ਚਤੁਰਭੁਜ EFCD ਆ ਦੇਖੋ ਹੁਣ ਇਹਨੂੰ ਛੱਡ ਦਿਓ ਇਹਦੇ ਵਿੱਚ ਆ ਜੋੜੀਏ ਤਾਂ EFCD ਬਣ ਗਿਆ ਤੇ ਇਹ ਦੋਵੇਂ ਖੇਤਰਫਲ ਆਪਸ ਦੇ ਵਿੱਚ ਵਿਦਿਆਰਥੀਓ ਕੀ ਬਣ ਗਏ ਦੋਵੇਂ ਖੇਤਰਫਲ ਆਪਸ ਦੇ ਵਿੱਚ ਬਰਾਬਰ ਹੋ ਗਏ ਹਨ। ਸੋ ਭਾਵ ਇਹ ਹੈ
ਕਿ ਚੀਜ਼ਾਂ ਦੇਖਣ ਨੂੰ ਕਈ ਵਾਰ ਮੁਸ਼ਕਿਲ ਲੱਗਦੀਆਂ ਹਨ ਲੇਕਿਨ ਹੁੰਦੀਆਂ ਨਹੀਂ। ਠੀਕ ਹੈ ਜੀ, ਸੋ ਇਹ ਚੀਜ਼ ਨੂੰ ਬੜੇ ਧਿਆਨ ਦੇ ਨਾਲ ਆਪਾਂ ਸਮਝਣਾ ਹੈ। ਸਰਬੰਗਸਮ ਤ੍ਰਿਭੁਜਾਂ ਕਰ ਦਿੱਤੀਆਂ। ਸਰਬੰਗਸਮ ਤ੍ਰਿਭੁਜਾਂ ਦਾ ਖੇਤਰਫਲ ਆਪਸ ਦੇ ਵਿੱਚ ਬਰਾਬਰ ਹੁੰਦਾ ਹੈ। ਜੇਕਰ ਬਰਾਬਰ ਖੇਤਰਫਲ ਦੇ ਵਿੱਚ ਕੋਈ ਬਰਾਬਰ ਦੀ ਚੀਜ਼ ਐਡ ਕੀਤੀ ਜਾਵੇ, ਦੋਨੋਂ ਪਾਸੇ ਜੋੜੀ ਜਾਵੇ, ਤਾਂ ਉਹਦੇ ਬਰਾਬਰ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਮੈਂ ਇਸ ਤ੍ਰਿਭੁਜ ਦੇ ਵਿੱਚ ਆਹ ਚਤੁਰਭੁਜ ਐਡ ਕਰਤਾ ਖੇਤਰਫਲ, ਇਸ ਤ੍ਰਿਭੁਜ ਦੇ ਵਿੱਚ ਸੇਮ ਉਹੀ ਚਤੁਰਭੁਜ ਇੱਧਰ ਵੀ ਜੋੜ ਦਿੱਤਾ। ਜਦੋਂ ਇਹਨਾਂ ਦੋਨਾਂ ਨੂੰ ਜੋੜਿਆ ਤਾਂ ਆਹ ਸਮਾਨਾਂਤਰ ਚਤੁਰਭੁਜ ABCD ਬਣ ਗਿਆ। ਜਦੋਂ ਇਹਨਾਂ ਦੋਨਾਂ ਨੂੰ ਜੋੜਿਆ ਤਾਂ ਸਮਾਨਾਂਤਰ ਚਤੁਰਭੁਜ EFCD ਬਣ ਗਿਆ। ਠੀਕ ਹੈ ਜੀ, ਆਹ ਸਾਡੇ ਕੋਲ ਜਿਹੜੀ ਹੈਗੀ ਉਹ ਚੀਜ਼ ਤਿਆਰ ਹੋ ਗਈ। ਤੇ ਜਿਹੜੀ ਥਿਊਰਮ ਅਸੀਂ ਕਾਫੀ ਦੇਰ ਤੋਂ ਡਿਸਕਸ ਕਰ ਰਹੇ ਹਾਂ, ਕਿਹੜੀ ਕਿ ਇੱਕੋ ਆਧਾਰ ਤੇ ਇੱਕੋ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਬਣੇ ਸਮਾਨਾਂਤਰ ਚਤੁਰਭੁਜ ਜਿਹੜੇ ਹਨ ਉਹ ਕੀ ਹੁੰਦੇ ਹਨ, ਆਪਸ ਦੇ ਵਿੱਚ ਕੀ ਹੁੰਦੇ ਹਨ, ਉਹਨਾਂ ਦਾ ਖੇਤਰਫਲ ਆਪਸ ਵਿੱਚ ਕੀ ਹੁੰਦਾ ਹੈ, ਬਰਾਬਰ ਹੁੰਦਾ ਹੈ। ਇਹ ਥਿਊਰਮ ਸੀਗੀ ਤੇ ਇਸ ਥਿਊਰਮ ਨੂੰ ਵੀ ਜਿਹੜਾ ਹੈ ਆਪਾਂ ਪੂਰੇ ਵਧੀਆ ਤਰੀਕੇ ਨਾਲ ਸਮਝਿਆ ਤੇ ਮੇਰੇ ਖਿਆਲ ਨਾਲ ਆਪਾਂ ਇਹਨੂੰ ਹੱਲ ਵੀ ਕੀਤਾ। ਇਹਨੂੰ 3 ਤਰੀਕੇ ਦੇ ਨਾਲ ਅੱਜ ਅਸੀਂ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਭ ਤੋਂ ਪਹਿਲਾਂ ਜੀ ਅਸੀਂ ਇਹਨੂੰ ਆਲੇਖ ਦੇ ਨਾਲ ਸਿੱਧ ਕੀਤਾ। ਦੂਸਰੇ ਨੰਬਰ 'ਤੇ ਜੀ ਅਸੀਂ ਇਹਨੂੰ ਕਿਰਿਆ ਦੇ ਨਾਲ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਤੇ ਤੀਸਰੇ ਨੰਬਰ ਦੇ ਵਿੱਚ ਅਸੀਂ ਇਹਨੂੰ ਇੱਕ ਮੈਥਮੈਟੀਕਲ ਪ੍ਰੂਫ ਯਾਨੀ ਕਿ ਹਿਸਾਬ ਦੇ ਵਿੱਚ ਜਿਹੜੇ ਪ੍ਰੂਫ ਦਿੱਤੇ ਜਾਂਦੇ ਹਨ ਉਹਨਾਂ ਦੇ ਨਾਲ, ਸਿਧਾਂਤਾਂ ਦੇ ਨਾਲ ਇਹਨੂੰ ਹੱਲ ਕਰਕੇ ਆਪ ਜੀ ਦੇ ਸਾਹਮਣੇ ਰੱਖਿਆ ਹੈ। ਮੈਂ ਉਮੀਦ ਕਰਦਾ ਹਾਂ ਤੁਸੀਂ ਇਸ ਚੀਜ਼ ਨੂੰ ਵਧੀਆ ਤਰੀਕੇ ਨਾਲ ਸਮਝਿਆ ਹੋਵੇਗਾ। ਆਓ ਵਿਦਿਆਰਥੀਓ, ਇਹਦੇ ਨਾਲ ਜੁੜੇ ਹੋਏ ਕੁਝ ਇੱਕ ਸਵਾਲ ਜਿਹੜੇ ਮੈਂ ਨਹੀਂ ਕਹਿੰਦਾ ਕਿ ਕਿਤਾਬਾਂ ਦੇ ਵਿੱਚ ਦਿੱਤੇ ਹੋ ਸਕਦੇ ਹਨ। ਠੀਕ ਹੈ ਜੀ, ਇਹ ਵੀ ਨਹੀਂ ਮੈਂ ਕਹਿ ਰਿਹਾ ਕਿ ਬਈ ਪੇਪਰ ਦੇ ਵਿੱਚ ਆਣਗੇ ਜਾਂ ਇਹ ਚੀਜ਼ ਆਏਗਾ, ਲੇਕਿਨ ਨੌਲੇਜ ਵਾਲੇ ਪਾਸਿਓਂ ਜੇਕਰ ਅਸੀਂ ਇੱਕ ਥਿਊਰਮ ਕਰਦੇ ਹਾਂ ਤੇ ਮੈਨੂੰ ਇਹ ਪੁੱਛਿਆ ਜਾਵੇ ਕਿ ਇਹਦੇ ਨਾਲ ਦੇ ਜੁੜੇ ਹੋਏ ਸਵਾਲ ਕਿਸ ਢੰਗ ਦੇ ਆ ਸਕਦੇ ਹਨ। ਇਹ ਤਾਂ ਵੱਡਾ ਸਵਾਲ ਹੋ ਗਿਆ ਨਾ, ਥਿਊਰਮ ਸਿੱਧ ਕਰਨੀ ਆ ਗਈ ਐਗਜ਼ਾਮ ਦੇ ਵਿੱਚ, ਇਹ ਵੱਡੇ ਸਵਾਲਾਂ ਦੇ ਵਿੱਚ ਆ ਗਿਆ। ਲੇਕਿਨ ਇਹਦੇ ਵਿੱਚੋਂ ਜੇਕਰ ਕਿਸੇ ਨੇ ਛੋਟਾ ਸਵਾਲ ਪੁੱਛਣਾ ਹੋਵੇ ਤਾਂ ਉਹ ਕੀ ਪੁੱਛ ਸਕਦਾ ਹੈ। ਇਸ ਦੇ ਲਈ ਮੈਂ ਕੀ ਕਰਦਾ ਹਾਂ, ਮੈਂ ਇੱਕ ਛੋਟਾ ਜਿਹਾ ਇੱਕ ਇੱਥੇ ਉਦਾਹਰਨ ਵਜੋਂ ਪੇਸ਼ ਕਰਦਾ ਹਾਂ ਕਿ ਮੰਨ ਲਓ ਸਾਡੇ ਕੋਲ ਇੱਕ ਸਮਾਨਾਂਤਰ ਚਤੁਰਭੁਜ ਹੈ। ਠੀਕ ਹੈ ਜੀ, ਆ ਧਿਆਨ ਨਾਲ ਦੇਖਿਓ, ਜਿਹੜਾ ਮੈਂ ਇੱਕ ਸਵਾਲ ਡਿਸਕਸ ਕਰਾਂਗਾ ਇੱਥੇ ਸਿਰਫ ਕਿ ਬਈ ਕਿਸ ਤਰੀਕੇ ਦੇ ਸਵਾਲ ਜਿਹੜੇ ਹੈਗੇ ਉਹ ਪੁੱਛੇ ਜਾ ਸਕਦੇ ਹਨ। ਠੀਕ ਹੈ ਜੀ, ਇਹ ਦੋ ਜਿਹੜੇ ਹਨ ਇਹ ਦੋ ਰੇਖਾਵਾਂ ਦੇ ਉੱਤੇ ਸਥਿਤ ਹਨ। ਜਦੋਂ ਮੰਨ ਲਓ ਇਹ ਰੇਖਾ L ਹੈ ਤੇ ਆਹ ਵਾਲੀ ਰੇਖਾ ਜਿਹੜੀ ਹੈ ਇਹਨੂੰ ਆਪਾਂ M ਦਾ ਨਾਮ ਦੇ ਦਿੰਦੇ ਹਾਂ। ਠੀਕ ਹੈ ਜੀ, ਆਹ ਰੇਖਾ M ਹੋ ਗਈ ਹੈ। ਠੀਕ ਹੈ ਜੀ, ਮੈਂ ਕੀ ਕੀਤਾ, ਇੱਥੋਂ D ਤੋਂ ਇੱਥੇ ਇੱਕ ਲੰਬ ਖਿੱਚਤਾ। ਠੀਕ ਹੈ ਜੀ, ਇਹਨੂੰ ਨਾਮ ਦੇ ਦਿੱਤਾ E ਦਾ। ਇਸ C ਤੋਂ ਇੱਕ ਲੰਬ ਖਿੱਚ ਦਿੱਤਾ ਜੀ, ਇਹਨੂੰ ਨਾਮ ਦੇ ਦਿੱਤਾ F ਦਾ। ਠੀਕ ਹੈ ਜੀ, ਹੁਣ ਮੈਂ ਇਹ ਕਹਿ ਰਿਹਾ ਵਿਦਿਆਰਥੀਆਂ ਨੂੰ, ਮੇਰਾ ਇੱਕ ਸਵਾਲ ਹੈ ਕਿ ਇਹ ਆਕ੍ਰਿਤੀ ਆ, ਇਸ ਆਕ੍ਰਿਤੀ ਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਦਿੱਤਾ ਕੀ ਹੋਇਆ ਉਹ ਦੇਖੋ ਜੀ। ਕੀ ਦਿੱਤਾ ਮੈਂ ਤੁਹਾਨੂੰ, ਮੈਂ ਕਹਿ ਰਿਹਾ ਕਿ M ਸਮਾਨਾਂਤਰ ਹੈ L ਦੇ। ਇਹ ਪਹਿਲੀ ਚੀਜ਼ ਮੈਂ ਤੁਹਾਨੂੰ ਦੱਸ ਦਿੱਤੀ। ਦੂਸਰੀ ਚੀਜ਼ ਮੈਂ ਇਹ ਦੱਸ ਰਿਹਾ ਕਿ DE ਲੰਬ ਹੈ L ਦੇ ਉੱਤੇ। ਦੇਖੋ DE ਲੰਬ ਹੈ L ਦੇ ਉੱਤੇ, ਇਹ ਦੂਸਰੀ ਚੀਜ਼ ਹੈ। ਤੇ ਤੀਸਰੀ ਚੀਜ਼ ਮੈਂ ਤੁਹਾਨੂੰ ਕੀ ਦੱਸੀ ਆ ਕਿ CF ਲੰਬ ਹੈ L ਦੇ ਉੱਤੇ, ਆ L ਦੇ ਉੱਤੇ ਲੰਬ ਹੈ। ਤਾਂ ਕੀ ਮੈਂ ਇਹਨਾਂ ਦੋ, ਦੇਖੋ DEFC ਇਹ ਇੱਕ ਆਇਤ ਬਣ ਗਈ ਹੈ ਤੇ ABCD ਇੱਕ ਸਮਾਨਾਂਤਰ ਚਤੁਰਭੁਜ ਬਣ ਗਿਆ। ਕੀ ਮੈਂ ਇਹਨਾਂ ਦੇ ਖੇਤਰਫਲਾਂ ਦੇ ਬਾਰੇ ਕੁਝ ਗੱਲ ਕਹਿ ਸਕਦਾ ਕਿ ਨਹੀਂ ਕਹਿ ਸਕਦਾ? ਠੀਕ ਹੈ ਜੀ, ਸੋ ਇਹਦੇ ਵਿੱਚ ਸਵਾਲ ਦਾ ਜਵਾਬ ਸਾਡੀ ਥਿਊਰਮ ਦੇ ਵਿੱਚ ਛੁਪਿਆ ਹੋਇਆ ਸੀ। ਇਹਨਾਂ ਦੋਵਾਂ, ਦੇਖੋ ਇੱਕ ਚੀਜ਼ ਨੂੰ ਹੋਰ ਸਮਝਣ ਦੀ ਕੋਸ਼ਿਸ਼ ਕਰਿਓ। ਆਇਤ ਸ਼ਬਦ ਸਮਾਨਾਂਤਰ ਸ਼ਬਦ ਤੋਂ ਲਿਖਣ 'ਚ ਵੱਖਰਾ ਹੈ, ਲੇਕਿਨ ਹਰੇਕ ਆਇਤ ਇੱਕ ਸਮਾਨਾਂਤਰ ਚਤੁਰਭੁਜ ਹੁੰਦੀ ਹੈ। ਕਿਉਂ? ਕਿਉਂਕਿ ਜਿਹੜੀ ਆਇਤ ਹੈ ਉਹ ਸਮਾਨਾਂਤਰ ਚਤੁਰਭੁਜ ਦੇ ਸਾਰੇ ਗੁਣਾਂ ਨੂੰ ਜਿਹੜੀ ਹੈਗੀ ਉਹ ਆਪਣੇ ਕੋਲ ਰੱਖਦੀ ਹੈ। ਠੀਕ ਹੈ ਜੀ, ਸੋ ਇਸ ਕਰਕੇ ਜੇ ਤਾਂ ਤੁਸੀਂ ਇਹ ਚੀਜ਼ ਸਮਝ ਲੈਂਦੇ ਹੋ ਕਿ ਇੱਕ ਆਇਤ ਤੇ ਸਮਾਨਾਂਤਰ ਚਤੁਰਭੁਜ ਇੱਕੋ ਹੀ ਗੱਲ ਹੈ, ਮਤਲਬ ਹਰੇਕ ਆਇਤ ਜਿਹੜੀ ਹੈ ਉਹ ਸਮਾਨਾਂਤਰ ਚਤੁਰਭੁਜ ਹੁੰਦੀ ਹੈ। ਠੀਕ ਹੈ ਜੀ, ਤਾਂ ਫਿਰ ਤਾਂ ਇਸ ਦਾ ਜਵਾਬ ਤਾਂ ਵੈਸੇ ਹੀ ਆ ਗਿਆ ਕਿ ਦੇਖੋ ਜੀ ਇੱਕੋ ਆਧਾਰ, ਮਤਲਬ ਆ DC ਇਹਨਾਂ ਦਾ ਆਧਾਰ ਆ ਗਿਆ ਤੇ ਆਹ ਦੋ ਸਮਾਨਾਂਤਰ ਰੇਖਾਵਾਂ ਆ ਗਈਆਂ। ਇਸ ਤੋਂ ਭਾਵ ਇਹ ਹੋਇਆ ਕਿ DABC ਜਾਂ ABCD ਕਹਿ ਸਕਦੇ ਹਾਂ ਆਪਾਂ, ਤੇ DEFC ਇਹਨਾਂ ਦੋਵਾਂ ਦਾ ਖੇਤਰਫਲ ਆਪਸ ਦੇ ਵਿੱਚ ਕੀ ਹੋਏਗਾ, ਬਰਾਬਰ ਹੋਏਗਾ। ਸੋ ਇਸ ਚੀਜ਼ ਦਾ ਵੀ ਬੜਾ ਵੱਖਰਾ, ਇਹ ਮੈਂ ਇਸ ਕਰਕੇ ਲੈ ਕੇ ਆਇਆ ਕਿਉਂਕਿ ਵਿਦਿਆਰਥੀ ਕਈ ਵਾਰ ਇਸ ਚੀਜ਼ ਤੋਂ ਥੋੜਾ ਜਿਹਾ ਕਨਫਿਊਜ਼ ਹੋ ਜਾਂਦੇ ਨੇ ਕਿ ਬਈ ਆਇਤ ਇੱਕ ਵੱਖਰੀ ਚੀਜ਼ ਹੈ ਤੇ ਸਮਾਨਾਂਤਰ ਜਿਹੜਾ ਸਮਾਨਾਂਤਰ ਚਤੁਰਭੁਜ ਇੱਕ ਵੱਖਰਾ ਹੈ। ਠੀਕ ਹੈ ਜੀ, ਸੋ ਇਹ ਵੀ